हाँ जी विद्यार्थियों, सारिਆਂ ਨੂੰ सत श्री अकाल। तो अपना अगला टॉपिक तुसी देख ही लिया होगा, लिपि बोध के बारे आप गल करांगे। ये अपना जिहड़ा लैक्चरार वाला जिहड़ा हैगा सिलेबस ਉਹਦੇ ਵਿੱਚ ਲਿਪੀ ਬੋਧ ਜਦੋਂ ਤੁਸੀਂ ਦੇਖਦੇ ਹੋ ਭਾਗ ਪਹਿਲੇ ਦੇ ਵਿੱਚ ਵੀ ਦੇ ਰੱਖਿਆ ਲਿਪੀ ਬੋਧ। ਉਹਦੇ ਵਿੱਚ ਤਾਂ ਦਿੱਤਾ ਵੀ ਗੁਰਮੁਖੀ ਲਿਪੀ ਵਰਨਮਾਲਾ ਅੱਖਰ ਤੇ ਲਗਾਖਰ ਤੇ ਦੁੱਤ ਅੱਖਰ ਬਾਰੇ ਗੱਲ ਕਰਨੀ ਹੈ। ਫਸਟ ਗ੍ਰੇਡ ਦੀ ਗੱਲ ਕਰ ਰਿਹਾ ਮੈਂ। ਇਹ 4 ਨੰਬਰ ਟੌਪਿਕ ਦੇ ਰੱਖਿਆ ਤੁਹਾਡੇ ਭਾਗ ਪਹਿਲੇ ਦੇ ਵਿੱਚ। ਸਿਲੇਬਸ ਤੁਸੀਂ ਦੇਖ ਹੀ ਰਹੇ ਹੋ ਆਪਣਾ। ਤੇ ਸੈਕੰਡ ਗ੍ਰੇਡ ਦੇ ਵਿੱਚ ਵੀ ਦਿੱਤਾ ਹੋਇਆ 3 ਨੰਬਰ ਟੌਪਿਕ ਹੈ ਲਿਪੀ ਬੋਧ। अच्छा, ये जिहड़ी लिपि बोध ये नहीं गी मतलब क्लास, ये क्लास किहड़ी है हुण तुसीं आ जाओ। हाँ, सैकंड ग्रेड वाले देखो जिहड़ा तुसीं दिता होया ना आधुनिक पंजाबी साहित, ਉਹਦੇ ਵਿੱਚ 5 ਨੰਬਰ ਪੰਜਾਬੀ ਵਾਰਤਕ ਹੈ। ਉਸ ਤੋਂ ਬਾਅਦ ਦੇ ਰੱਖਿਆ 5 ਤੇ 6 ਨੰਬਰ ਜਿਹੜੇ ਦਿੱਤੇ ਹੋਏ ਆ। ਉਹਦੇ ਵਿੱਚ 6 ਨੰਬਰ ਹੈ ਜਿਹੜਾ ਉਹ ਦਿੱਤਾ ਹੋਇਆ ਵੀ ਗੁਰਮੁਖੀ ਲਿਪੀ ਜਨਮ ਵਿਕਾਸ ਤੇ ਵਿਸ਼ੇਸ਼ਤਾਵਾਂ। ਆਪਾਂ ਇਹ ਉਹ ਕਲਾਸ ਹੈ ਆਪਣੀ ਜਿਹਦੇ ਵਿੱਚ ਗੁਰਮੁਖੀ ਲਿਪੀ ਦੇ ਜਨਮ ਬਾਰੇ, ਉਹਦੇ ਵਿਕਾਸ ਨਿਕਾਸ ਤੇ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ ਹੈ। ਫਸਟ ਗ੍ਰੇਡ ਵਾਲਿਆਂ ਦੇ ਟੌਪਿਕ ਕਿੱਥੇ ਪਿਆ? ਇਹ ਟੌਪਿਕ ਹੈਗਾ ਹੈ ਹਾਂਜੀ, ਇਹ 10 ਨੰਬਰ ਟੌਪਿਕ ਹੈ। ਇਹ ਤੁਹਾਡਾ ਭਾਗ ਦੂਜੇ ਦੇ ਵਿੱਚ 10 ਨੰਬਰ ਟੌਪਿਕ ਜਿਹੜਾ ਤੁਹਾਡਾ ਹੈ ਉਹ ਹੈਗਾ ਵੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਨਿਕਾਸ ਵਿਕਾਸ ਤੇ ਵਿਸ਼ੇਸ਼ਤਾਵਾਂ। ਪੰਜਾਬੀ ਭਾਸ਼ਾ ਦੀ ਵੀ ਆਪਾਂ ਗੱਲ ਕਰਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਦਾ ਨਿਕਾਸ ਵਿਕਾਸ ਅਤੇ ਵਿਸ਼ੇਸ਼ਤਾਵਾਂ। ਮਤਲਬ ਇਹਦਾ ਜਨਮ ਨਿਕਾਸ ਵਿਕਾਸ ਜੋ ਵੀ ਹੈ ਦਿੱਤਾ ਹੋਇਆ ਉਹਦੇ ਬਾਰੇ ਆਪਾਂ ਪ੍ਰੋਪਰ ਚਰਚਾ ਕਰਨੀ ਹੈ। ਇਹਦੇ ਵਿੱਚੋਂ ਪ੍ਰਸ਼ਨ ਬਹੁਤ ਬਣਨਗੇ। ਡਾਇਰੈਕਟ ਤੁਹਾਨੂੰ ਦੱਸਦਾ ਜਾਊਂਗਾ ਵੀ ਪ੍ਰਸ਼ਨ ਬਣਾਉਣੇ ਕਿਵੇਂ ਹੈ। ਕੁਝ ਕੁ ਤਾਂ ਪ੍ਰਸ਼ਨ ਇਸ ਤਰ੍ਹਾਂ ਦੇ ਹੈ ਵੀ ਜਿਹੜੇ ਮਤਲਬ ਬੜੇ ਬੇਸਿਕ ਜਿਹੇ ਬਣਦੇ ਆ। ਕੁਝ ਪ੍ਰਸ਼ਨ ਹੈ ਜਿਹੜੇ ਤੁਹਾਨੂੰ ਪਤਾ ਹੀ ਹੈ, ਕਾਮਨ ਜੀ ਗੱਲ ਹੈ, ਹਾਰਡ ਬਣਨਗੇ ਹੀ ਤੁਹਾਡੇ ਵਾਸਤੇ ਤਾਂ, ਚਾਹੇ ਤੁਸੀਂ ਸੈਕੰਡ ਗ੍ਰੇਡ ਹੋ ਚਾਹੇ ਫਸਟ ਗ੍ਰੇਡ ਹੋ। ਹਾਂ, ਥਰਡ ਗ੍ਰੇਡ ਦੇ ਵਿੱਚ ਵੀ ਹੈਗਾ ਲਿਪੀ ਬੋਧ, ਪਰ ਉਹ ਲਿਪੀ ਦੇ ਇਤਿਹਾਸ ਬਾਰੇ ਨਹੀਂ ਗਾ। ਆਪਾਂ ਗੱਲ ਕਰਾਂਗੇ ਲਿਪੀ ਦੇ ਇਤਿਹਾਸ ਬਾਰੇ। ਜਿਹੜਾ ਦੂਸਰਾ ਹੈ ਵਰਣਮਾਲਾ ਲਗਾਖਰ ਦੁੱਤ ਅੱਖਰ ਹੈ, ਜਿਹੜੇ ਸੰਯੁਕਤ ਅੱਖਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ, ਉਹਨਾਂ ਬਾਰੇ ਆਪਾਂ ਇੱਕ ਹੋਰ ਕਲਾਸ ਉਹਨਾਂ 'ਤੇ ਚਰਚਾ ਕਰਾਂਗੇ। ਲਓ ਜੀ, ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਕੰਮ ਦੀਆਂ ਗੱਲਾਂ ਦੇਖੋ ਕੀ ਹੈ। ਜਿਹੜੀ ਭਾਸ਼ਾ ਜਾਂ ਬੋਲੀ ਹੈ ਉਹ ਤਾਂ ਹੈਗੀ ਆ ਸਾਡੇ ਭਾਵਾਂ ਦੀ ਪੋਸ਼ਾਕ। ਸਾਡੇ ਭਾਵਾਂ ਨੂੰ ਪੋਸ਼ਾਕ ਕਿਹੜੀ ਚੀਜ਼ ਦਿੰਦੀ ਹੈ? ਉਹ ਹੈਗੀ ਹੈ ਜੀ ਸਾਡੀ ਭਾਸ਼ਾ। ਅਤੇ ਲਿਪੀ ਹੈ ਜਿਹੜੀ ਉਹ ਭਾਸ਼ਾ ਦੀ ਪੋਸ਼ਾਕ ਹੈ। ਸਮਝੇ ਇਸ ਗੱਲ ਨੂੰ? ਹਾਂਜੀ, ਮੈਂ ਗੱਲ ਕਰ ਰਿਹਾ ਸੀਗਾ ਵੀ ਜਿਹੜੀ ਸਾਡੀ ਭਾਸ਼ਾ ਹੈ ਉਹ ਸਾਡੇ ਭਾਵਾਂ ਦੀ ਪੋਸ਼ਾਕ ਹੈ ਅਤੇ ਲਿਪੀ ਹੈ ਜਿਹੜੀ ਉਹ ਭਾਸ਼ਾ ਦੀ ਪੋਸ਼ਾਕ ਹੈ। ਸੋ ਅਗਰ ਕਾਮਨ ਜੀ ਗੱਲ ਹੈ, ਅਗਰ ਕੋਈ ਪੁੱਛੇ ਇਸ ਗੱਲ ਨੂੰ, ਅਗਰ ਕੋਈ ਕਾਮਨ ਜਿਹਾ ਸਵਾਲ ਬਣੇ ਕਿ ਲਿਪੀ ਹੈ ਕੀ ਹੈ ਜੀ? ਲਿਪੀ ਹੈ ਜਿਹੜੀ ਉਹ ਭਾਸ਼ਾ ਦੀ ਪੋਸ਼ਾਕ ਹੈ, ਭਾਸ਼ਾ ਦਾ ਪਹਿਰਾਵਾ ਹੈ। ਮਤਲਬ ਕਿ ਇਹ ਭਾਸ਼ਾ ਦੇ ਨੰਗੇਜ ਨੂੰ ਢੱਕਦੀ ਹੈ। ਪਹਿਰਾਵਾ ਜਿਹੜਾ ਉਹ ਸਾਡੇ ਨੰਗੇਪਣ ਨੂੰ ਜਿਵੇਂ ਢੱਕ ਦਿੰਦਾ, ਉਵੇਂ ਹੀ ਲਿਪੀ ਹੈ। ਲਿਪੀ ਭਾਸ਼ਾ ਦੀ ਪੋਸ਼ਾਕ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖਸ਼ੀ ਹੈ। ਸਦੀਵਤਾ ਹੁੰਦੀ ਹੈ ਜਿਹੜੀ ਚੀਜ਼ ਹਮੇਸ਼ਾ ਸਜੀਵ ਅਵਸਥਾ ਦੇ ਵਿੱਚ ਰਹੇ, ਹਮੇਸ਼ਾ ਅਸਤਤਵ ਦੇ ਵਿੱਚ ਰਹੇ, ਉਹਨੂੰ ਕਿਹਾ ਜਾਂਦਾ ਸਦੀਵੀ। ਸਦੀਵੀ ਹੁੰਦਾ ਹੈ ਨਾ ਹਮੇਸ਼ਾ ਲਈ, ਸਦੀਵੀ। ਸਦੀਵੀ ਦਾ ਸ਼ਾਬਦਿਕ ਅਰਥ ਹਮੇਸ਼ਾ ਲਈ। ਵੀ ਜਦੋਂ ਤਾਂ ਦੇਖੋ ਇਕੱਲੀ ਭਾਸ਼ਾ ਸੀਗੀ ਅਤੇ ਇਕੱਲੀ ਭਾਸ਼ਾ ਦੇ ਵਿੱਚ ਤੁਹਾਨੂੰ ਪਤਾ, ਜਿਵੇਂ ਮੰਨ ਲਓ ਤੁਹਾਨੂੰ ਹੀ ਇਸ ਤਰ੍ਹਾਂ ਦਾ ਕੋਈ ਹੋਵੇ ਸਿਸਟਮ ਵੀ ਤੁਸੀਂ ਕਿਸੇ ਚੀਜ਼ ਨੂੰ ਪੜ੍ਹ ਜਾਂ ਲਿਖ ਕੇ, ਪੜ੍ਹਨਾ ਅਤੇ ਲਿਖਣਾ ਇਹ ਦੋਨੋਂ ਹੈ ਜਿਹੜੇ ਲਿਪੀ ਦੇ ਨਾਲ ਸੰਬੰਧਿਤ ਚੀਜ਼ਾਂ ਹੈ ਨਾ। ਅਤੇ ਸੁਣਨਾ ਅਤੇ ਬੋਲਣਾ ਜਿਹੜੇ ਆਪਾਂ 4 ਪੜ੍ਹਦੇ ਹਾਂ ਨਾ ਭਾਸ਼ਾ ਕੌਸ਼ਲ, ਸੁਣਨਾ ਅਤੇ ਬੋਲਣਾ। ਅਗਰ ਤੁਹਾਨੂੰ ਕੋਈ ਕਵੇ ਤੁਸੀਂ ਸੁਣ ਕੇ ਗੱਲ ਨੂੰ ਯਾਦ ਰੱਖਣੀ ਹੈ, ਉਹਨੂੰ ਬੋਲ ਕੇ ਦੱਸਣਾ, ਤਾਂ ਤੁਹਾਡੀ ਇੱਕ ਲਿਮਟ ਹੋ ਜਾਊਗੀ ਵੀ ਉਹਦੇ ਵਿੱਚ ਮਤਲਬ ਤੁਹਾਡੇ ਵਿਚਾਰਾਂ ਦੇ ਵਿੱਚ ਸਦੀਵਤਾ ਨਹੀਂ ਗੀ। ਪਰ ਜਦੋਂ ਲਿਪੀ ਦੀ ਕਾਢ ਹੋਈ, ਬੰਦੇ ਨੇ ਆਪਣੇ ਵਿਚਾਰਾਂ ਨੂੰ ਅੱਖਰਾਂ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ, ਅੱਖਰ ਰੂਪ ਦੇ ਵਿੱਚ, ਤਾਂ ਉਹ ਸਦੀਵੀ ਹੋ ਗਏ ਹਮੇਸ਼ਾ ਵਾਸਤੇ। ਉਹ ਮਤਲਬ ਕੀ ਹੈ ਵੀ ਪੀੜ੍ਹੀ ਦਰ ਪੀੜ੍ਹੀ ਹੈ ਜਿਹੜੇ ਉਹਦੇ ਵਿਚਾਰ ਹੈ ਜਿਹੜੇ ਹਮੇਸ਼ਾ ਕਾਇਮ ਰਹਿਣਗੇ, ਜਿੰਦਾ ਰਹਿਣਗੇ, ਹੈ ਨਾ। ਇਹ ਮਤਲਬ ਕੀ ਹੈ ਵੀ ਜਿਵੇਂ ਬਹੁਤ ਸਾਰੇ ਜਿਵੇਂ ਵਿਦਵਾਨਾਂ ਦੇ ਵਿਚਾਰ ਆਪਾਂ ਪੜ੍ਹਦੇ ਹਾਂ, ਉਹ ਕਾਰਨ ਉਹਦਾ ਕਾਰਨ ਹੈ ਲਿਪੀ। ਉਹ ਲਿਪੀ ਨੇ ਉਹਨਾਂ ਦੇ ਵਿਚਾਰਾਂ ਨੂੰ ਸਦੀਵਤਾ ਦਿੱਤੀ ਆ, ਹਮੇਸ਼ਾ ਕਾਇਮ ਰਹਿਣਗੇ ਉਹਨਾਂ ਦੇ ਵਿਚਾਰ ਜਿੰਨਾ ਟਾਈਮ ਲਿਪੀ ਜਿੰਦਾ ਹੈ। ਅਤੇ ਤੁਹਾਨੂੰ ਪਤਾ ਹੀ ਹੈ ਲਿਪੀ ਉਹਨਾਂ ਚਿਰ ਜਿੰਦਾ ਜਿੰਨਾ ਚਿਰ ਭਾਸ਼ਾ ਜਿੰਦਾ। ਅਤੇ ਭਾਸ਼ਾ ਤਾਂ ਕਦੇ ਮਰਦੀ ਨਹੀਂ ਹੁੰਦੀ। ਬਸ ਭਾਸ਼ਾ ਨੂੰ ਜਿਹੜੇ ਲੋਕ ਹੈ ਜਿਹੜੇ ਉਹ ਬੋਲਣ ਵਾਲੇ ਚਾਹੀਦੇ ਆ। ਬਸ ਭਾਸ਼ਾ ਨੂੰ ਵਰਤਣ ਵਾਲੇ ਲੋਕ ਜਿੰਨਾ ਚਿਰ ਹੈਗੇ ਆ, ਭਾਸ਼ਾ ਕਦੇ ਨਹੀਂ ਮਰਦੀ, ਹੈ ਨਾ। ਹਾਂਜੀ, ਭਾਸ਼ਾ ਦਾ ਮਾਨਸਿਕ ਆਧਾਰ ਵਿਚਾਰ ਹਨ। ਵਿਚਾਰ ਹੈ ਜਿਹੜੇ ਉਹ ਭਾਸ਼ਾ ਦਾ ਮਾਨਸਿਕ ਆਧਾਰ ਹੈ।
ਪਰ ਧੁਨੀਆਂ ਹੈ ਜਿਹੜੀਆਂ ਉਹ ਭਾਸ਼ਾ ਦਾ ਭੌਤਿਕ ਆਧਾਰ ਹੈ। ਇਹ ਬਹੁਤ ਹੀ ਕਾਮਨ ਗੱਲਾਂ ਹੈ, ਤੁਹਾਨੂੰ ਕਿਤੋਂ ਪੜ੍ਹਨ ਦੀ ਲੋੜ ਨਹੀਂ, ਪਾਸਿਓਂ ਮੈਂ ਇਹਦੇ ਵਿੱਚ ਐਡ ਕਰਤੀਆਂ। ਇਹ ਬਹੁਤ ਹੀ ਮਤਲਬ ਕਾਮਨ ਜਿਹੀਆਂ ਗੱਲਾਂ ਤੁਸੀਂ ਦੇਖ ਲਓ। ਚਾਹੇ ਹਾਂ ਅੱਗੇ ਮੌਖਿਕ ਰੂਪ ਵਿੱਚ ਉਚਾਰੀਆਂ ਧੁਨੀਆਂ ਨੂੰ ਲਿਖਤ ਰੂਪ ਵਿੱਚ ਦੇਣ ਵਾਲੇ ਚਿੰਨ੍ਹਾਂ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਦੀ ਕਾਮਨ ਪਰਿਭਾਸ਼ਾ ਕੀ ਹੋਊਗੀ ਵੀ ਮੌਖਿਕ ਰੂਪ ਦੇ ਵਿੱਚ ਜਿਹੜੀਆਂ ਆਪਾਂ ਧੁਨੀਆਂ ਬੋਲਦੇ ਹਾਂ ਉਹਨਾਂ ਨੂੰ ਜਦੋਂ ਆਪਾਂ ਲਿਖਤ ਰੂਪ ਦੇ ਵਿੱਚ ਢਾਲਣਾ ਹੋਵੇ ਲਿਪੀਬੱਧ ਰੂਪ 'ਚ, ਉਹਨਾਂ ਵਾਸਤੇ ਆਪਾਂ ਜਿਹੜੇ ਚਿੰਨ੍ਹ ਵਰਤਦੇ ਆ ਹੈ ਨਾ, ਤਾਂ ਉਹਨਾਂ ਚਿੰਨ੍ਹਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ, ਉਹਨਾਂ ਚਿੰਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਲਿਪੀ, ਹੈ ਨਾ। ਅੱਗੇ ਇਹ ਪ੍ਰਮਾਣਿਕ ਚਿੰਨ੍ਹ ਹੁੰਦੇ ਆ ਬਈ, ਜਿਨ੍ਹਾਂ ਨੂੰ ਆਪਾਂ ਅੱਖਰ ਜਾਂ ਵਰਨ ਕਹਿ ਦਿੰਦੇ ਹਾਂ, ਹੈ ਨਾ। ਜਿਵੇਂ ਪ੍ਰਮਾਣਿਕ ਹੈ, ਪੰਜਾਬੀ ਦੀ ਜਿਹੜੀ ਵਰਨਮਾਲਾ ਦੇ ਅੱਖਰ ਆ ਉਹ ਸਾਰੇ ਪ੍ਰਮਾਣਿਕ ਕੀਤੇ ਹੋਏ ਆ, ਪ੍ਰਮਾਣਿਕ ਹੈ ਸਾਰੇ, ਅਤੇ ਉਹਨਾਂ ਨੂੰ ਆਪਾਂ ਅੱਖਰ ਕਹਿ ਦਿੰਦੇ ਹਾਂ, ਵਰਨ ਕਹਿ ਦਿੰਦੇ ਹਾਂ, ਹੈ ਨਾ। ਹਾਂ, ਪੰਜਾਬੀ ਦੀ ਲਿਪੀ ਤੁਹਾਨੂੰ ਪਤਾ ਹੀ ਹੈ, ਕਾਮਨ ਜੀ ਗੱਲ ਹੈ, ਗੁਰਮੁਖੀ ਲਿਪੀ ਹੈ, ਸਾਰਿਆਂ ਨੂੰ ਹੀ ਪਤਾ ਹੈ ਇਸ ਗੱਲ ਦਾ। ਤਾਂ ਪੰਜਾਬੀ ਦੀ ਲਿਪੀ ਕਿਹੜੀ ਹੈ ਜੀ, ਗੁਰਮੁਖੀ ਲਿਪੀ ਹੈ। ਹਾਂ, ਗੁਰਮੁਖੀ ਲਿਪੀ 'ਤੇ ਵੀ ਵਿਚਾਰ ਕਰਾਂਗੇ। ਤੁਹਾਡੇ ਬਹੁਤ ਸਾਰੇ ਪ੍ਰਸ਼ਨ ਹੈ, ਉਹਨਾਂ ਦੇ ਜਵਾਬ ਵੀ ਮੈਂ ਦੇਵਾਂਗਾ, ਕਿਉਂਕਿ ਬਹੁਤ ਸਾਰੇ ਗਲਤ ਪ੍ਰਸ਼ਨ ਹੈ ਜਿਹੜੇ ਉਹ ਬਹੁਤ ਸਾਰੀਆਂ ਗਾਈਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਹਦਾ ਕਾਰਨ ਕੀ ਹੈ ਬੇਟਾ ਜੀ, ਜਾਗਰੂਕਤਾ ਦੀ ਕਮੀ ਹੈ। ਕਾਰਨ ਕੀ ਹੈ, ਕਿਉਂਕਿ ਅਸੀਂ ਪੜ੍ਹਨਾ ਨਹੀਂ ਚਾਹੁੰਦੇ ਇਹਨਾਂ ਚੀਜ਼ਾਂ ਨੂੰ, ਹੈ ਨਾ। ਹਾਂ, ਇਸ ਕਰਕੇ ਜਿਵੇਂ ਉਹ ਪਹਿਲਾਂ ਤੋਂ ਚੱਲਿਆ ਆ ਰਿਹਾ ਉਵੇਂ ਹੀ ਸਿਸਟਮ ਚਲਾ ਰੱਖਿਆ ਹੈ। ਹਾਂ, ਗੁਰਮੁਖੀ ਲਿਪੀ ਦਾ ਨਿਕਾਸ ਹੈ ਜਿਹੜਾ ਉਹ ਭਾਰਤ ਦੀ ਸਭ ਤੋਂ ਪੁਰਾਣੀ ਜਿਹੜੀ ਲਿਪੀ ਹੈ ਸਾਡੇ ਭਾਰਤ ਦੇਸ਼ ਦੀ ਬ੍ਰਹਮੀ ਲਿਪੀ ਤੋਂ ਹੋਇਆ, ਹੈ ਨਾ। ਬ੍ਰਹਮੀ ਲਿਪੀ ਮਤਲਬ ਕੀ ਹੈ ਵੀ ਕਿਹਾ ਜਾਂਦਾ ਹੈ ਵੀ ਇਹ ਮਤਲਬ ਕੀ ਹੈ ਵੀ ਇੱਕ ਜਿਹੜੇ ਬ੍ਰਹਮਾ ਜੀ ਆ ਉਹਨਾਂ ਦੇ ਨਾਮ 'ਤੇ ਇਹਦਾ ਨਾਮ ਬ੍ਰਹਮੀ ਲਿਪੀ। ਲਿਪੀ ਦਾ ਵਿਕਾਸ ਕਿਵੇਂ ਹੋਇਆ, ਦੇਖੋ ਸਭ ਤੋਂ ਪਹਿਲਾਂ ਤਾਂ ਸੀਗੀ ਸੂਤਰ ਲਿਪੀ, ਜਿਹਦਾ ਦੂਸਰਾ ਨਾਮ ਸੀ ਗੰਢ ਲਿਪੀ। ਅਗਰ ਪ੍ਰਸ਼ਨ ਪੁੱਛਿਆ ਜਾਵੇ ਵੀ ਲਿਪੀ ਦੇ ਵਿਕਾਸ ਕ੍ਰਮ ਦੇ ਵਿੱਚ ਸਭ ਤੋਂ ਪਹਿਲੀ ਲਿਪੀ ਕਿਹੜੀ ਸੀ, ਸਭ ਤੋਂ ਪਹਿਲਾਂ ਕਿਹੜੀ ਪ੍ਰਕਿਰਿਆ ਸੀ, ਕਿਹੜਾ ਸਟੈਪ ਸੀਗਾ, ਸਭ ਤੋਂ ਪਹਿਲਾਂ ਸੀ ਸੂਤਰ ਲਿਪੀ ਜਾਂ ਗੰਢ ਲਿਪੀ। ਮਤਲਬ ਕੀ ਹੈ ਵੀ ਸੂਤਰ ਦੇ ਰੂਪ ਵਿੱਚ ਗੱਲ ਨੂੰ ਚੇਤੇ ਰੱਖਣਾ, ਸੂਤਰਾਂ ਦੇ ਆਧਾਰ 'ਤੇ ਲਿਪੀ ਹੋ ਗਈ ਸੂਤਰ ਦੇ ਰੂਪ ਵਿੱਚ ਕਿਸੇ ਗੱਲ ਨੂੰ, ਹੈ ਨਾ। ਗੰਢ ਲਿਪੀ ਜਾਂ ਕੀ ਕਰਦੇ ਸੀ ਪੁਰਾਣੇ ਲੋਕ, ਕੀ ਕਰਦੇ ਸੀਗੇ ਵੀ ਉਹ ਧਾਗੇ ਦੇ ਜਾਂ ਕੋਈ ਰੱਸੀ ਦੇ ਗੰਢਾਂ ਵਗੈਰਾ ਮਾਰਦੇ ਰਹਿੰਦੇ ਸੀਗੇ, ਜਾਂ ਦਿਨਾਂ ਦੇ ਗਿਣਨ ਵਾਸਤੇ, ਜਾਂ ਕਹਿ ਲਓ ਜਾਂ ਕੋਈ ਸਮਾਚਾਰ ਜਿਵੇਂ ਫਲਾਣੇ ਦਿਨ ਆਪਾਂ ਕਿਸੇ ਨੂੰ ਮੈਸੇਜ ਪਹੁੰਚਾਉਣਾ ਹੈ ਨਾ, ਤਾਂ ਉਹਦੇ ਵਾਸਤੇ ਕੋਈ ਹੁਣ ਤਾਂ ਲਿਖਤੀ ਰੂਪ ਦੇ ਵਿੱਚ ਤੁਸੀਂ ਡਾਇਰੀ 'ਚ ਲਿਖ ਲਓ। ਪਹਿਲੀ ਗੱਲ ਲਿਖਣ ਦੀ ਵੀ ਨਹੀਂ ਲੋੜ, ਕੈਲੰਡਰ ਪਏ ਹੈ ਔਨਲਾਈਨ ਦੇਖ ਲਓ, ਹੈ ਕਿ ਨਹੀਂ। ਉਹਦੇ 'ਤੇ ਰਿਮਾਈਂਡਰ ਲਾ ਦਿਓ ਮੋਬਾਇਲ 'ਤੇ, ਹੁਣ ਤਾਂ ਬਹੁਤ ਸਾਧਨ ਆ ਗਏ, ਪਰ ਉਦੋਂ ਨਹੀਂ ਸੀ। ਉਦੋਂ ਕੀ ਸੀ, ਗੰਢ ਲਿਪੀ ਮਤਲਬ ਰੱਸੀ ਦੇ ਵਿੱਚ ਰੰਗ ਬਿਰੰਗੇ ਧਾਗੇ ਬੰਨ੍ਹ ਦਿੱਤੇ ਜਾਂਦੇ ਸੀ ਮੋਤੀ ਜਾਂ ਮਨ ਕੇ। ਇਹ ਸਿਰਫ ਗੱਲ ਤੁਸੀਂ ਜਿਹੜੀ ਗੱਲ ਤੁਹਾਡੀ ਮੇਨ ਆ ਉਹ ਆ ਸੂਤਰ ਲਿਪੀ ਜਾਂ ਗੰਢ ਲਿਪੀ ਆ। ਮਤਲਬ ਕੀ ਆ ਵੀ ਲਿਪੀ ਦਾ ਪਹਿਲਾ ਸਰੂਪ ਸੀਗਾ ਸੂਤਰ ਲਿਪੀ ਜਾਂ ਗੰਢ ਲਿਪੀ। ਇੱਥੇ ਤੁਹਾਡਾ ਸਵਾਲ ਹੈ ਜਿਹੜਾ ਇਹ ਖਤਮ ਹੋ ਗਿਆ, ਤੁਹਾਡਾ ਨੌਲੇਜ ਹੈ। ਇਹ ਤਾਂ ਵੈਸੇ ਹੀ ਕਾਮਨ ਤੁਹਾਨੂੰ ਗੱਲ ਦੱਸਦਾ ਇੱਕ ਵੀ ਇਹ ਹੈ ਕੀ ਸੀ ਸੂਤਰ ਲਿਪੀ ਜਾਂ ਗੰਢ ਲਿਪੀ। ਰੱਸੇ ਦੀ ਲੰਬਾਈ ਆਦਿ ਦੁਆਰਾ ਭਾਵਾਂ ਨੂੰ ਵਿਅਕਤ ਕੀਤਾ ਜਾਂਦਾ ਸੀ, ਹੈ ਨਾ। ਇੱਕ ਆਪਾਂ ਕਹਿ ਵੀ ਦਿੰਦੇ ਹਾਂ ਮੇਰੀ ਗੱਲ ਤੂੰ ਗੰਢ ਬੰਨ੍ਹ ਲੈ, ਮਤਲਬ ਕੀ ਹੈ ਵੀ ਗੱਲ ਹੈ ਜਿਹੜੀ ਉਹ ਮੇਰੀ ਪੱਲੇ ਬੰਨ੍ਹ ਲੈ ਜਾਂ ਯਾਦ ਰੱਖ, ਹੈ ਨਾ। ਗੰਢ ਸ਼ਬਦ ਹੈ ਜਿਹੜਾ ਇਹਦਾ ਬਹੁਤ ਮਹੱਤਵ ਆ। ਜਦੋਂ ਤੁਸੀਂ ਆਪਾਂ ਇੱਕ ਸੂਫੀ ਕਵੀ ਪੜ੍ਹਿਆ ਸੀਗਾ ਬੁੱਲੇ ਸ਼ਾਹ, ਉਦੋਂ ਗੰਢਾਂ ਪੜ੍ਹੀਆਂ ਸੀ ਨਾ, ਗੰਢਾਂ ਉਹਦੀਆਂ। ਹਾਂ, ਅਤੇ ਇਹ ਉੱਥੋਂ ਹੀ ਸ਼ਬਦ ਬਣਿਆ ਹੋਇਆ ਗੰਢਾ ਸ਼ਬਦ ਵੀ, ਹੈ ਨਾ। ਵਰੇ ਗੰਢ ਸ਼ਬਦ ਬਣਾਓ ਆਪਾਂ ਮੰਨਦੇ ਗੰਢਾ ਸ਼ਬਦ ਦਾ ਸੰਬੰਧ ਹੈ ਜਿਹੜਾ ਉਹ ਵਿਆਹ ਦੇ ਨਾਲ ਹੈ। ਉਹ ਨਿੰਗਾ ਗੰਢਾ ਨਹੀਂ, ਪਿਆਜ਼ ਨਹੀਂ, ਗੰਢਾਂ ਦੋਨੇ ਬਿੰਦੀ ਲਾ ਕੇ ਸ਼ਬਦ ਹੈ ਗੰਢਾਂ, ਮਤਲਬ ਗੰਢ ਜਿਹਨੂੰ ਆਪਾਂ ਕਹਿ ਦਿੰਦੇ, ਗੱਠ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹਾਂ, ਸੂਤਰ ਜਾਂ ਗੰਢ ਲਿਪੀ ਹੋ ਗਈ। ਉਸ ਤੋਂ ਬਾਅਦ ਹੁੰਦੀ ਸੀ ਵੀ ਚਿੱਤਰ ਲਿਪੀ। ਜਦੋਂ ਸੂਤਰ ਜਾਂ ਗੰਢ ਲਿਪੀ ਦੇ ਵਿੱਚ ਬੰਦਾ ਆਪਣੀ ਗੱਲ ਪੂਰੀ ਨਹੀਂ ਸੀ ਕਹਿ ਸਕਦਾ, ਫਿਰ ਉਹਨੇ ਹੌਲੀ ਹੌਲੀ ਚਿੱਤਰ ਲਿਪੀ ਦੀ ਨਿਜਾਤ ਕਰ ਲਈ। ਚਿੱਤਰ ਲਿਪੀ ਹੈ ਜਿਹੜੀ ਉਸ ਦਾ ਉਹਨੇ ਅਵਿਸ਼ਕਾਰ ਕਰ ਲਿਆ, ਉਸ ਦੀ ਖੋਜ ਕਰ ਲਈ। ਉਹਦੇ ਵਿੱਚ ਕਿਸੇ ਵੀ ਕਿਸੇ ਵਸਤੂ ਦਾ ਚਿੱਤਰ ਬਣਾ ਦਿੱਤਾ ਜਾਂਦਾ ਸੀ, ਭਾਵਾਂ ਨੂੰ ਚਿੱਤਰਬੱਧ ਕੀਤਾ ਜਾਂਦਾ ਸੀ, ਪਰ ਕੇਵਲ ਸਥੂਲ ਵਸਤੂਆਂ ਦੀ ਹੀ ਵਰਤੋਂ। ਚਿੱਤਰ ਹੈ ਜਿਹੜੇ ਉਹ ਕੇਵਲ ਸਥੂਲ ਵਸਤੂਆਂ ਦੇ ਹੀ ਹੁੰਦੇ ਸੀਗੇ। ਜਿਹੜੀਆਂ ਮਤਲਬ ਸੂਖਮ ਵਸਤੂਆਂ, ਸੂਖਮ ਸਾਡੇ ਮਾਨਸਿਕ ਭਾਵ ਹੈ ਜਿਹੜੇ, ਉਹਨਾਂ ਨੂੰ ਚਿੱਤਰ ਦੇ ਦੁਆਰਾ ਵਿਅਕਤ ਨਹੀਂ ਸੀ ਕੀਤਾ ਜਾਂਦਾ। ਇਹ ਇਸ ਦੀ ਕਮੀ ਸੀ ਚਿੱਤਰ ਲਿਪੀ ਦੀ। ਉਸ ਤੋਂ ਬਾਅਦ ਪ੍ਰਤੀਕ ਜਾਂ ਚਿੰਨ੍ਹ ਲਿਪੀ, ਪਦਾਰਥਾਂ ਦਾ ਜੀਵਾਂ ਨੂੰ ਪ੍ਰਤੀਕ ਰੂਪ ਵਿੱਚ ਵਰਤਿਆ ਜਾਂਦਾ। ਸੰਖੇਪ ਜਿਨ੍ਹਾਂ ਦੁਆਰਾ ਸੰਦੇਸ਼ ਭੇਜਣੇ, ਪ੍ਰਤੀਕ ਹੌਲੀ ਹੌਲੀ ਪ੍ਰਤੀਕਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਨਾ ਮਨੁੱਖ ਨੇ, ਉਹਨੂੰ ਪ੍ਰਤੀਕ ਜਾਂ ਚਿੰਨ੍ਹ ਲਿਪੀ ਕਹਿਤਾ। ਫਿਰ ਆ ਗਈ ਭਾਵ ਲਿਪੀ, ਸੂਖਮ ਰੂਪ ਦੇ ਵਿੱਚ ਭਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਸਤੇ ਭਾਵ ਲਿਪੀ ਦੀ ਕਾਢ ਹੋ ਗਈ। ਫਿਰ ਆ ਗਈ ਜੀ ਭਾਵ ਧੁਨੀ ਲਿਪੀ, ਜਿਹਦੇ ਵਿੱਚ ਕੁਝ ਕੁ ਗੁਣ ਤਾਂ ਧੁਨੀ ਵਾਲੇ ਸੀਗੇ, ਜਿਵੇਂ ਆਧੁਨਿਕ ਧੁਨੀ ਲਿਪੀ।
ਤੇ ਕੁਝ ਭਾਵਾਂ ਵਾਲੇ ਸੀਗੇ। ਉਸ ਤੋਂ ਬਾਅਦ ਆ ਗਿਆ ਜੀ ਅੰਤ ਦੇ ਵਿੱਚ ਧੁਨੀ ਲਿਪੀ, ਜਿਹਦੇ ਵਿੱਚ ਅੱਖਰ ਆ ਜਿਹੜੇ ਉਹ ਧੁਨੀਆਂ ਦੀ ਪ੍ਰਤੀਨਿਧਤਾ ਕਰਨ ਲੱਗ ਪਏ। ਅੱਜ ਦੇ ਸਮੇਂ ਦੇ ਵਿੱਚ ਧੁਨੀ ਲਿਪੀ ਹੈ ਜਿਹੜੀ ਉਹੀ ਹੈ ਨਾ। ਧੁਨੀ ਲਿਪੀ ਮਤਲਬ ਕੀ ਹੈ ਵੀ ਧੁਨੀਆਂ ਨੂੰ ਆਪਾਂ ਲਿਪੀਬੱਧ ਕਰਦੇ ਹਾਂ, ਇਸ ਕਰਕੇ ਧੁਨੀ ਲਿਪੀ ਹੈ। ਨੋਟ ਲਾ ਕੇ ਮੈਂ ਗੱਲ ਲਿਖੀ ਹੈ ਵੀ ਲਿਪੀ ਦੇ ਵਿਕਾਸ ਦਾ ਸਿਖਰ ਹੈ ਜਿਹੜਾ ਉਹ ਵਰਣੀ ਜਾਂ ਵਰਣਾਤਮਕ ਲਿਪੀ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਹਾਂ, ਧੁਨੀ ਲਿਪੀ ਹਾਲਾਂਕਿ ਠੀਕ ਹੈ ਵੀ ਧੁਨੀ ਲਿਪੀ ਦੇ ਵਿੱਚ ਪੂਰਾ ਵਿਕਾਸ ਹੋ ਜਾਂਦਾ ਹੈ। ਅੱਖਰ ਆ ਜਿਹੜੇ ਉਹ ਧੁਨੀਆਂ ਦੀ ਪ੍ਰਤੀਨਿਧਤਾ ਕਰਨ ਲੱਗ ਜਾਂਦੇ ਆ। ਮਤਲਬ ਇੱਥੇ ਮਨੁੱਖ ਨੇ ਧੁਨੀ ਲਿਪੀ ਦੇ ਵਿੱਚ ਅੱਖਰਾਂ ਦੀ ਕਾਢ ਕੱਢ ਲਈ ਸੀ। ਅੱਖਰ ਆ ਜਿਹੜੇ ਉਹ ਮਨੁੱਖ ਦੇ ਸਾਹਮਣੇ ਆ ਗਏ ਸੀ। ਪਰ ਉਸ ਤੋਂ ਬਾਅਦ ਇੱਕ ਹੋਰ ਹੈ ਵੀ ਲਿਪੀ ਦੇ ਵਿਕਾਸ ਦਾ ਸਿਖਰ ਅਗਰ ਤੁਹਾਨੂੰ ਪੁੱਛਿਆ ਜਾਵੇ ਪ੍ਰਸ਼ਨ, ਇਹ ਸਿਖਰ ਆ ਨੀਗਾ, ਧੁਨੀ ਲਿਪੀ ਸਿਖਰ ਨੀਗਾ। ਹਾਂ, ਅੱਖਰਾਂ ਦਾ ਜਿਹੜਾ ਅਵਿਸ਼ਕਾਰ ਹੈ, ਅੱਖਰਾਂ ਦੀ ਖੋਜ ਹੈ ਜਿਹੜੀ ਉਹ ਮਨੁੱਖ ਨੇ ਧੁਨੀ ਲਿਪੀ ਦੇ ਵਿੱਚ ਜ਼ਰੂਰ ਕਰ ਲਈ ਹੈ। ਪਰ ਲਿਪੀ ਦੇ ਵਿਕਾਸ ਦਾ ਸਿਖਰ ਹੈ ਜਿਹੜਾ ਉਹ ਵਰਣੀ ਜਾਂ ਵਰਣਾਤਮਕ ਲਿਪੀ ਹੈ। ਲਓ ਜੀ, ਗੱਲਾਂ ਹੋ ਗਈਆਂ ਕਲੀਅਰ। ਆਹ ਦੋ ਗੱਲਾਂ ਤੁਸੀਂ ਚੇਤੇ ਰੱਖਣੀਆਂ। 6 ਨੰਬਰ ਤੇ ਉਸ ਤੋਂ ਬਾਅਦ ਨੋਟ ਲਾ ਕੇ ਜਿਹੜੀ ਲਿਖੀ ਹੈ ਗੱਲ, ਦੋਵਾਂ ਦੇ ਵਿੱਚ ਫਰਕ ਕਰ ਲੈਣਾ। ਅੱਖਰ ਧੁਨੀ ਲਿਪੀ ਦੇ ਵਿੱਚ ਜ਼ਰੂਰ ਪ੍ਰਦਰਸ਼ਨ ਹੋਣ ਲੱਗ ਗਏ ਸੀਗੇ, ਪਰ ਜੇ ਲਿਪੀ ਦੇ ਵਿਕਾਸ ਦਾ ਸਿਖਰ ਹੈ ਜਿਹੜਾ ਉਹ ਕਿਹੜੀ ਲਿਪੀ ਹੈ, ਉਹ ਵਰਣੀ ਜਾਂ ਵਰਣਾਤਮਕ, ਦੋ ਨਾਮ ਹੈ ਇਹਦੇ। ਵਰਣੀ ਦਿੱਤਾ ਕਿਤੇ, ਕਿਤੇ ਵਰਣਾਤਮਕ, ਦੋਨੋਂ ਚੇਤੇ ਰੱਖਣੇ ਆ। ਲਓ ਜੀ, ਇਹ ਤਾਂ ਹੋ ਗਈ ਗੱਲ ਲਿਪੀ ਦੀ। ਉਸ ਤੋਂ ਬਾਅਦ ਗੁਰਮੁਖੀ ਲਿਪੀ ਬਾਰੇ ਗੱਲ ਕਰਦੇ ਹਾਂ। ਹੁਣ ਗੁਰਮੁਖੀ ਲਿਪੀ ਦੇ ਨਿਕਾਸ ਵਿਕਾਸ ਬਾਰੇ, ਨਿਕਾਸ ਬਾਰੇ ਕੀ ਹੈ ਵੀ 3 ਮਤ ਪ੍ਰਚਲਿਤ ਆ, 3 ਧਾਰਨਾਵਾਂ। ਕਿਹੜੇ ਕਿਹੜੇ ਆ 3 ਬੰਦੇ? ਪਹਿਲਾਂ ਤਾਂ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਗੱਲ ਇੱਕ ਕਰਾਂਗੇ ਆਪਾਂ, ਤੇ ਇੱਕ ਫੇਰ ਗੱਲ ਪ੍ਰੋਫੈਸਰ ਪ੍ਰੀਤਮ ਸਿੰਘ ਦੀ, ਇੱਕ ਕੇਸਰ ਸਿੰਘ ਛਿੱਬਰ ਦੀ। ਇਹ 3 ਜਿਹੜੇ ਹੈਗੇ ਆ। ਪ੍ਰੋਫੈਸਰ ਪ੍ਰੀਤਮ ਸਿੰਘ ਨੇ 2 ਧਾਰਨਾਵਾਂ ਦਿੱਤੀਆਂ, ਦੋਨੇ ਹੀ ਆਪਾਂ ਯਾਦ ਰੱਖਣੀਆਂ। 3 ਪ੍ਰਮੁੱਖ ਮਤ ਪ੍ਰਚਲਿਤ ਹੈ। ਦੇਖ ਲਓ ਹੁਣ ਤੁਸੀਂ ਗੱਲ ਦੇਖੋ। ਹੁਣ ਪ੍ਰੋਫੈਸਰ ਪ੍ਰੀਤਮ ਸਿੰਘ ਕਹਿੰਦਾ ਵੀ ਸਿੱਖ ਸਾਹਿਤ ਦੇ ਵਿੱਚ ਗੁਰਮੁਖੀ ਬਾਰੇ ਸਭ ਤੋਂ ਪਹਿਲਾਂ ਬਾਬਾ ਮੋਹਨ ਸਿੰਘ ਜੀ ਦੇ ਨਾਮ ਹੇਠ ਇੱਕ ਪੋਥੀ ਦੇ ਵਿੱਚ ਦਰਜ ਹੈ। ਹੁਣ ਇਹ ਹੈ ਜਿਹੜਾ ਪ੍ਰਸ਼ਨ, ਇਹ ਲੈਕਚਰਾਰ ਦੇ ਵਿੱਚ ਆ ਚੁੱਕਿਆ ਹੈ, ਸਕੂਲ ਲੈਕਚਰਾਰ ਦੇ ਪੇਪਰ ਦੇ ਵਿੱਚ ਆਇਆ ਸੀਗਾ ਵੀ ਗੁਰਮੁਖੀ ਬਾਰੇ ਸਭ ਤੋਂ ਪਹਿਲਾ ਹਵਾਲਾ ਹੈ ਜਿਹੜਾ ਉਹ ਕਿਹੜੀ ਪੋਥੀ ਦੇ ਵਿੱਚ, ਕਿਹੜੇ ਗ੍ਰੰਥ ਦੇ ਵਿੱਚ ਮਿਲਦਾ, ਤਾਂ ਉਹ ਹੈ ਜਿਹੜਾ ਜੀ ਬਾਬਾ ਮੋਹਨ ਸਿੰਘ ਦੀ ਪੋਥੀ ਦੇ ਵਿੱਚ ਮਿਲਦਾ। ਠੀਕ ਹੈ, ਧਿਆਨ ਰੱਖਣਾ ਤੁਸੀਂ। ਬਾਬਾ ਮੋਹਨ ਸਿੰਘ ਹੈ, ਗੁਰੂ ਅਰਜਨ ਦੇਵ ਜੀ ਵੇਲੇ ਇੱਕ ਹੋਏ ਹੈ ਬਾਬਾ ਮੋਹਨ ਸਿੰਘ। ਇਹਨਾਂ ਦੇ ਇਤਿਹਾਸ ਬਾਰੇ ਤਾਂ ਆਪਾਂ ਕੋਈ ਬੜਾ ਆਪਾਂ ਨਹੀਂ ਦੱਸਣਾ ਗਾ, ਨਾ ਕੋਈ ਆਪਾਂ ਨੂੰ ਮਤਲਬ ਹੀ ਹੈ ਨਾ, ਆਪਣਾ ਮਤਲਬ ਹੈ ਸਿਰਫ ਨਾਮ ਤਾਂ ਹੀ। ਸੋ ਇਹ ਹੈ ਜਿਹੜਾ ਹੁਣ ਤੁਸੀਂ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਵੀ ਗੁਰਮੁਖੀ ਲਿਪੀ ਦੇ ਨਾਮ ਤੋਂ ਕਈ ਲੋਕ ਐਸੇ ਸੋਚ ਲੈਂਦੇ ਆ, ਕਈ ਇਤਿਹਾਸਕਾਰਾਂ ਨੇ ਵੀ ਇਹ ਕਿਆਸ ਲਾਇਆ, ਖਾਸ ਕਰਕੇ ਹਿੰਦੀ ਇਤਿਹਾਸਕਾਰ ਜਿਨ੍ਹਾਂ ਨੇ ਪੰਜਾਬੀ ਦੇ ਲਿਪੀ ਦਾ ਇਤਿਹਾਸ ਲਿਖਿਆ, ਉਹਨਾਂ ਨੇ ਇਹ ਕਿਆਸ ਅੰਦਾਜ਼ਾ ਲਾ ਲਿਆ ਜੀ ਗੁਰਮੁਖੀ ਲਿਪੀ ਹੈ ਜਿਹੜੀ ਉਹ ਸਿੱਖ ਸਤਿਗੁਰੂਆਂ ਨੇ ਬਣਾਈ ਹੈ। ਪਰ ਐਸਾ ਬਿਲਕੁਲ ਨਹੀਂ ਹੈ। ਗੁਰਮੁਖੀ ਲਿਪੀ ਦਾ ਸੰਬੰਧ, ਠੀਕ ਹੈ, ਗੁਰਮੁਖੀ ਲਿਪੀ ਨੂੰ ਮਤਲਬ ਕੀ ਹੈ, ਸਾਹਿਤ ਦੇ ਵਿੱਚ ਵਰਤਣ ਵਾਲੇ ਸਿੱਖ ਗੁਰੂ ਜ਼ਰੂਰ ਹਨ, ਗੁਰੂ ਨਾਨਕ ਦੇਵ ਜੀ ਜ਼ਰੂਰ ਹਨ। ਪਰ ਕੀ ਹੈ ਕਿ ਇਸ ਤੋਂ ਪਹਿਲਾਂ ਗੁਰਮੁਖੀ ਲਿਪੀ ਨਹੀਂ ਸੀ। ਗੁਰਮੁਖੀ ਲਿਪੀ ਬਿਲਕੁਲ ਸੀ, ਉਹਦਾ ਨਾਮ ਹੋਰ ਸੀਗਾ ਬਸ। ਗੁਰਮੁਖੀ ਲਿਪੀ ਤਾਂ ਹੌਲੀ ਹੌਲੀ ਮਤਲਬ ਕੀ ਆ ਵੀ ਸਿੱਖ ਗੁਰੂਆਂ ਦੇ ਨਾਮ ਕਰਕੇ, ਸਿੱਖ ਗੁਰੂਆਂ ਦਾ ਕਰਕੇ ਉਹਦਾ ਨਾਮ ਜ਼ਰੂਰ ਗੁਰਮੁਖੀ ਪੈ ਗਿਆ ਹੋਊਗਾ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ, ਨਾ ਇਤਿਹਾਸਕਾਰ ਹੀ ਕਰਦੇ ਇਸ ਗੱਲ ਤੋਂ ਇਨਕਾਰ। ਪਰ ਜੇ ਕੋਈ ਪ੍ਰਸ਼ਨ ਕਵੇ ਗੁਰੂ ਨਾਨਕ ਦੇਵ ਜੀ ਨੇ ਬਣਾਈ ਹੈ ਗੁਰਮੁਖੀ ਲਿਪੀ, ਗੁਰਮੁਖੀ ਲਿਪੀ ਦਾ ਨਿਰਮਾਣ ਗੁਰੂ ਅੰਗਦ ਦੇਵ ਜੀ ਨੇ ਕੀਤਾ, ਇਹ ਪ੍ਰਸ਼ਨ ਗਲਤ ਹੈ। ਇਹ ਪ੍ਰਸ਼ਨ ਤੁਹਾਡੇ ਗਲਤ ਹੈ। ਹਾਂ, ਉਸ ਨੂੰ ਲਿਪੀ ਨੂੰ ਸਵਾਰਨ ਦੇ ਵਿੱਚ, ਸਜਾਉਣ ਦੇ ਵਿੱਚ, ਸੁਧਾਰ ਕਰਨ ਦੇ ਵਿੱਚ ਗੁਰੂ ਅੰਗਦ ਦੇਵ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ। ਤੇ ਗੁਰਮੁਖੀ ਲਿਪੀ ਦੀ ਵਰਤੋਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਗੁਰੂ ਨਾਨਕ ਦੇਵ ਜੀ ਕਰ ਹੀ ਚੁੱਕੇ ਹੈ। ਹਾਂ, ਇਸ ਕਰਕੇ ਮੰਨ ਲਓ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਰੀਟ ਵਗੈਰਾ 'ਚ ਪ੍ਰਸ਼ਨ ਆਏ ਹੋਏ ਆ, ਹੈ ਨਾ, ਇਹ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਗਾ। ਜਿਹੜੇ ਲੈਕਚਰਾਰ ਦੀ ਤਿਆਰੀ ਕਰਦੇ ਆ 2nd ਗ੍ਰੇਡ ਦੀ, ਐਵੇਂ ਦਾ ਪ੍ਰਸ਼ਨ ਕੋਈ ਨਹੀਂ, ਹੁਣ ਨਹੀਂ ਬਣਦੇ ਐਵੇਂ ਦੇ ਪ੍ਰਸ਼ਨ। ਹੁਣ ਤਾਂ ਤੁਹਾਨੂੰ ਖੋਜ ਸਰਚ ਦੇ ਆਧਾਰ 'ਤੇ ਪ੍ਰਸ਼ਨ ਬਣਾਉਣਾ ਪੈਣਾ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਗੱਲ ਇਹ ਆਖੀ ਹੈ। ਅਗਲਾ ਪ੍ਰਸ਼ਨ ਇਹ ਬਣਦਾ ਵੀ ਦੇਖੋ ਆਹ ਪ੍ਰਸ਼ਨ ਤਾਂ ਪੁੱਛਿਆ ਜਾ ਚੁੱਕਿਆ, ਪਰ ਇਹ ਜਿਹੜਾ ਮਤ ਹੈ ਇਹ ਕਿਹਨੇ ਦਿੱਤਾ? ਪ੍ਰੋਫੈਸਰ ਪ੍ਰੀਤਮ ਸਿੰਘ ਨੇ। ਇਹ ਧਿਆਨ ਰੱਖਣਾ। ਦੂਸਰੀ ਗੱਲ, ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇੱਕ ਹਵਾਲਾ ਦਿੱਤਾ ਵੀ ਦੇਖੋ ਇਹ ਜਿਹੜਾ ਹੈਗਾ, ਵੈਸੇ ਤਾਂ ਕਵੀ ਕੰਕਣ ਦੀ ਗੱਲ ਕੀਤੀ ਹੋਈ ਹੈ, ਪਰ ਇਸ ਗੱਲ ਨੂੰ ਸਾਡੇ ਸਾਹਮਣੇ ਲਿਆਉਣ ਵਾਲਾ ਪ੍ਰੋਫੈਸਰ ਪ੍ਰੀਤਮ ਸਿੰਘ ਹੈ, ਇਸ ਕਰਕੇ ਮੈਂ ਇਹਦਾ ਨਾਮ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਨਾਮ 'ਤੇ ਲਿਖਤਾ। ਹਾਲਾਂਕਿ ਦੂਜਾ ਮਤ ਹੈ ਕਵੀ ਕੰਕਣ ਦਾ ਹੈ ਵੀ ਕਵੀ ਕੰਕਣ ਦੀ ਇੱਕ ਅਣਛਪੀ ਪੁਸਤਕ ਹੈ ਜਿਹੜੀ ਪਬਲਿਸ਼ ਨਹੀਂ ਹੋਈ ਸੀਗੀ। ਉਹਦੀ ਪੁਸਤਕ ਦਾ ਨਾਮ ਸੀ ਸੁਖੈਨੇ ਤੇ 10 ਗੁਰੂ।
ਉਹ ਕਹਿੰਦਾ ਜੀ ਗੁਰਮੁਖੀ ਅੱਖਰ ਆ ਜਿਹੜੇ ਇਹ ਗੁਰੂ ਨਾਨਕ ਦੇਵ ਜੀ ਨੇ ਬਣਾਏ ਹੈ। ਇਹ ਗੱਲ ਕਵੀ ਕੰਕਣ ਨੇ ਕਹੀ ਸੀਗੀ ਤੇ ਇਸ ਗੱਲ ਨੂੰ ਸਾਡੇ ਪੰਜਾਬੀ ਸਾਹਿਤ ਵਿੱਚ ਲਿਆਉਣ ਵਾਲਾ ਕੌਣ ਹੈ? ਪ੍ਰੋਫੈਸਰ ਪ੍ਰੀਤਮ ਸਿੰਘ ਹੈ। ਦੋਨੇ ਤਰੀਕੇ ਨਾਲ ਤੁਸੀਂ ਚੇਤੇ ਰੱਖਣਾ। ਇੱਕ ਤਾਂ ਇਹ ਵੀ ਗੁਰਮੁਖੀ ਲਿਪੀ ਹੈ ਜਿਹੜੀ ਇਹ ਅੱਖਰ ਗੁਰੂ ਨਾਨਕ ਦੇਵ ਜੀ ਨੇ ਬਣਾਏ, ਇਹ ਮੱਤ ਹੈ ਜਿਹੜੇ ਇਹ ਮੱਤ ਕਿਹੜੇ ਵਿਦਵਾਨ ਦਾ ਹੈ? ਤਾਂ ਇਹ ਗੱਲ ਕਵੀ ਕੰਕਣ ਨੇ ਆਖੀ ਹੈ। ਬਸ ਉਹ ਸਾਡੇ ਸਾਹਮਣੇ ਲਿਆਉਣ ਵਾਲਾ ਬੰਦਾ ਪ੍ਰੋਫੈਸਰ ਪ੍ਰੀਤਮ ਸਿੰਘ ਹੈ। ਮੈਂ ਵੈਸੇ ਹੀ ਨਾਮ ਲਿਖਿਆ ਪ੍ਰੋਫੈਸਰ ਪ੍ਰੀਤਮ ਸਿੰਘ ਦਾ, ਹੋਰ ਕੋਈ ਗੱਲ ਨਹੀਂ। ਨਾਮ ਕਵੀ ਮੇਨ ਧਿਆਨ ਰੱਖਣਾ ਤੁਸੀਂ, ਕਵੀ ਕੰਕਣ ਦਾ ਨਾਮ ਧਿਆਨ ਰੱਖਣਾ। ਕਵੀ ਕੰਕਣ ਕਹਿੰਦਾ ਵੀ ਗੁਰਮੁਖੀ ਅੱਖਰ ਗੁਰੂ ਨਾਨਕ ਦੇਵ ਜੀ ਨੇ ਬਣਾਏ ਹੈ। ਇਹਦਾ ਵੀ ਵਿਚਾਰ ਗਲਤ ਹੈ ਨਾ। ਉਸ ਤੋਂ ਬਾਅਦ ਭਾਈ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਕਾ, ਇਹ ਪਹਿਲਾਂ ਵੀ ਆਪਣਾ ਜ਼ਿਕਰ ਹੋਇਆ ਸੀਗਾ ਪੰਜਾਬੀ ਸਾਹਿਤ ਦੇ। ਉਹ ਕਹਿੰਦਾ ਜੀ ਗੁਰਮੁਖੀ ਦੀ ਉਤਪੱਤੀ ਦਾ ਸੰਬੰਧ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਹੈ। ਗੁਰੂ ਨਾਨਕ ਦੇਵ ਜੀ ਦੇ 2 ਸੁਪੁੱਤਰ ਸੀ, ਬਾਬਾ ਸ਼੍ਰੀ ਚੰਦ, ਲਖਮੀ ਦਾਸ। ਉਹ ਕਹਿੰਦੇ ਵੀ ਬਾਬਾ ਸ਼੍ਰੀ ਚੰਦ ਦੇ ਨਾਲ ਹੈ। ਸੋ ਬਾਬੇ ਹੁਣ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਕੇਸਰ ਸਿੰਘ ਛਿੱਬਰ ਦੇ ਅਨੁਸਾਰ ਗੁਰਮੁਖੀ ਲਿਪੀ ਦੇ ਜਨਮ ਦਾ ਸੰਬੰਧ ਕਿਸ ਦੇ ਨਾਲ ਹੈ? ਗੁਰੂ ਨਾਨਕ ਦੇਵ ਜੀ ਦੇ ਨਾਲ ਹੈ, ਬਾਬਾ ਮੋਹਨ ਸਿੰਘ ਦੇ ਨਾਲ ਹੈ, ਜਾਂ ਬਾਬਾ ਸ਼੍ਰੀ ਚੰਦ ਦੇ ਨਾਲ ਹੈ? ਇਹ ਤੁਸੀਂ ਅਲੱਗ-ਅਲੱਗ ਧਿਆਨ ਦੇ ਵਿੱਚ ਰੱਖਣਾ ਵੀ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਅਨੁਸਾਰ ਬਾਬੇ ਮੋਹਨ ਸਿੰਘ ਦੇ ਨਾਲ ਸੰਬੰਧ ਹੈ, ਕਵੀ ਕੰਕਣ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧ ਹੈ, ਕੇਸਰ ਸਿੰਘ ਛਿੱਬਰ ਅਨੁਸਾਰ ਗੁਰਮੁਖੀ ਦੀ ਉਤਪੱਤੀ ਦਾ ਸੰਬੰਧ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਹੈ। ਗੱਲ ਕਲੀਅਰ ਰੱਖਣੀ ਹੈ ਤੁਸੀਂ, ਕਿਸੇ ਇੱਕ ਕਵੀ ਦਾ ਕੋਈ ਨਹੀਂ ਆਉਂਦਾ, ਕੋਈ ਇੱਕ ਬੰਦਾ ਨਹੀਂ ਗਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹਾਂ, ਇਹ ਜਿਹੜੇ ਸ਼ਖਸ ਹੈ ਜਿਵੇਂ ਪ੍ਰੋਫੈਸਰ ਪ੍ਰੀਤਮ ਸਿੰਘ ਹੋਇਆ, ਉਸ ਤੋਂ ਬਾਅਦ ਹੋਰ ਵੀ ਨਾਮ ਆਉਣਗੇ, ਇਹਨਾਂ ਦੇ ਬਾਰੇ ਤੇ ਆਪਾਂ ਖਾਸ ਗੱਲ ਕਰਨੀ ਹੈ। ਜਿਵੇਂ ਸਰਦਾਰ GB ਸਿੰਘ ਹੈ, ਇਹਨਾਂ ਨੇ ਗੁਰਮੁਖੀ ਲਿਪੀ ਦੇ ਨਿਕਾਸ ਵਿਕਾਸ ਬਾਰੇ ਬਹੁਤ ਖੋਜ ਸਰਚ ਕੀਤੀ ਹੈ, ਬਹੁਤ ਹੀ ਸ਼ਾਨਦਾਰ। ਉਹਨਾਂ ਦੀਆਂ ਸਾਰੀਆਂ ਦੀਆਂ ਗੱਲਾਂ ਆਪਾਂ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਕਰਾਂਗੇ। ਤੁਹਾਡੇ ਪ੍ਰਸ਼ਨ ਬਹੁਤ ਕਲੀਅਰ ਹੋਣਗੇ ਇੱਥੇ, ਤੇ ਇਹਦੇ ਵਿੱਚੋਂ ਪ੍ਰਸ਼ਨ ਜੋ ਵੀ ਆਊਗਾ ਉਹ ਇੱਥੋਂ ਹੀ ਆਉਣਾ ਹੈ। ਠੀਕ ਹੈ ਜੀ। ਹਾਂਜੀ, ਅਗਲੀ ਗੱਲ ਦੇਖੋ, ਹੁਣ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਦੇ ਨਿਕਾਸ ਬਾਰੇ। ਉੱਪਰ ਤਾਂ ਸੀਗਾ ਵੀ ਜਿਵੇਂ ਗੁਰਮੁਖੀ ਲਿਪੀ ਦੇ ਜਨਮ ਬਾਰੇ ਜੇ ਕਿਸੇ ਨੇ ਕੋਈ ਦਿੱਤਾ ਹੈ, ਉਸ ਤੋਂ ਉੱਪਰ ਸੀ ਆਪਾਂ ਲਿਪੀ ਦੀ ਗੱਲ ਕੀਤੀ ਸੀ, ਹੈ ਨਾ। ਲਿਪੀ ਕਿਹਨੂੰ ਕਹਿੰਦੇ? ਹੁਣ ਆਪਾਂ ਗੱਲ ਕਰ ਰਹੇ ਗੁਰਮੁਖੀ ਲਿਪੀ ਦੀ, ਇੱਕ ਵਿਸ਼ੇਸ਼ ਲਿਪੀ ਦੀ। ਹਾਂਜੀ, ਗੁਰਮੁਖੀ ਲਿਪੀ ਦੀ ਨਿਕਾਸ ਅਵਸਥਾ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੀ ਸੀ ਵੀ ਗੁਰਮੁਖੀ ਲਿਪੀ ਦਾ ਨਿਕਾਸ ਹੈ ਜਿਹੜਾ ਉਹ ਭਾਰਤ ਦੀ ਸਭ ਤੋਂ ਪੁਰਾਣੀ ਬ੍ਰਹਮੀ ਲਿਪੀ ਤੋਂ ਹੁੰਦਾ ਹੈ। ਬ੍ਰਹਮੀ ਲਿਪੀ ਤੋਂ ਅੱਗੇ ਗੁਪਤ ਕਾਲ ਦੀ ਲਿਪੀ, ਗੁਪਤ ਕਾਲਾਂ ਦਾ ਸ਼ਾਸਨ ਰਿਹਾ ਹੈ ਨਾ ਗੁਪਤਾਂ ਦਾ, 350 ਤੋਂ 550। ਫਿਰ ਸ਼ਾਰਦਾ ਲਿਪੀ 8ਵੀਂ ਤੋਂ 13ਵੀਂ ਸਦੀ ਤੱਕ ਸ਼ਾਰਦਾ ਲਿਪੀ। ਇਹਦਾ ਬਹੁਤ ਮਹੱਤਵ ਹੈ, ਬਹੁਤ ਧਿਆਨ ਰੱਖਣਾ ਹੈ। ਗੁਰਮੁਖੀ ਲਿਪੀ ਦੇ ਵਿਕਾਸ ਦੇ ਵਿੱਚ ਨਿਕਾਸ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ। ਸ਼ਾਰਦਾ ਤੇ ਦੇਵਾਸ਼ੇਸ਼, ਦੇਵਾਸ਼ੇਸ਼ ਨੂੰ ਪ੍ਰਥਮ ਗੁਰਮੁਖੀ ਵੀ ਕਿਹਾ ਹੈ। ਇਹ 10ਵੀਂ ਤੋਂ 16ਵੀਂ ਸਦੀ ਦੇ ਵਿੱਚ ਇਹ ਰਹੀ ਹੈ। ਆ 8ਵੀਂ ਤੋਂ 13ਵੀਂ ਸਦੀ ਤੱਕ ਰਹੀ ਹੈ, ਇਹ 10ਵੀਂ ਤੋਂ 16ਵੀਂ ਹੈ। ਇਸ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵੀ ਸਰ ਜੀ ਆ ਤਾਂ 8ਵੀਂ ਤੋਂ 10ਵੀਂ ਹੋਣਾ ਚਾਹੀਦਾ, ਆ 10ਵੀਂ ਤੋਂ 16ਵੀਂ, ਐਵੇਂ ਨਹੀਂ ਹੈ ਕੁਛ ਵੀ, ਕਿਉਂਕਿ ਦੇਵਾਸ਼ੇਸ਼ ਤੇ ਸ਼ਾਰਦਾ ਇਕੱਠੀਆਂ ਵੀ ਚੱਲਦੀਆਂ ਰਹੀਆਂ ਇੱਕੋ ਸਮੇਂ। ਇਸ ਕਰਕੇ 8ਵੀਂ ਤੋਂ 13ਵੀਂ, ਉਧਰ 10ਵੀਂ ਤੋਂ 16ਵੀਂ ਹੈ। ਕੋਈ ਘਬਰਾਉਣ ਦੀ ਲੋੜ ਨਹੀਂ। ਇਹਦੇ ਵਿੱਚ ਤੁਸੀਂ ਸੋਚੋ ਸਰ ਗਲਤ ਕਰ ਦਿਆ, ਐਸਾ ਕੁਛ ਨਹੀਂ ਹੈ। ਉਸ ਤੋਂ ਬਾਅਦ ਗੁਰਮੁਖੀ ਜਿਹੜੀ, ਇਹਦਾ ਨਾਮ 16ਵੀਂ ਸਦੀ ਤੋਂ ਨਿਰੰਤਰ ਜਿਹੜਾ ਨਾਮ ਹੈ ਇਹਦਾ ਗੁਰਮੁਖੀ ਹੈ। ਲਓ ਆਪਾਂ ਕੁਛ ਗੱਲਾਂ ਕਰਦੇ ਹਾਂ, ਨੋਟ ਲਾ ਕੇ ਮੈਂ ਕੁਛ ਲਿਖਿਆ ਵੀ 10ਵੀਂ 11ਵੀਂ ਸਦੀ ਦੇ ਵਿੱਚ ਪੰਜਾਬ ਖੇਤਰ ਦੀ ਲਿਪੀ ਲਈ ਕਿਹੜੇ ਕਿਹੜੇ ਨਾਮ ਪ੍ਰਚਲਿਤ ਸੀਗੇ। ਅੱਛਾ, ਹੁਣ ਇਹਦਾ ਮਤਲਬ ਇਹ ਹੈ ਵੀ ਹੁਣ ਵੀ ਇਹ ਕਿਹਾ ਜਾਂਦਾ ਹੈ, ਕਿਹਾ ਕੀ ਜਾਂਦਾ, ਗੱਲ ਸੱਚ ਹੀ ਹੈ। ਇਹ ਪ੍ਰਿੰਸੀਪਲ ਤੇਜਾ ਸਿੰਘ ਦਾ ਜੇ ਆਪਾਂ ਇੱਕ ਲੇਖ ਪੜ੍ਹਦੇ ਹਾਂ ਪੰਜਾਬੀ ਬੋਲੀ ਦੇ ਨਿਕਾਸ ਬਾਰੇ, ਤਾਂ ਉਹ ਕਹਿੰਦਾ ਹੈ ਵੀ ਉਹਦਾ ਕਹਿਣਾ ਹੈ ਵੀ ਜਿਹੜਾ ਸਭ ਤੋਂ ਪੁਰਾਣਾ ਜਿਹੜਾ ਮਤਲਬ ਕੀ ਹੈ, ਜਿਹੜਾ ਸਭ ਤੋਂ ਪਹਿਲਾ ਵੇਦ ਹੈ ਜਿਹੜਾ ਰਿਗਵੇਦ ਦੀ ਰਚਨਾ ਜਿਹੜੀ ਉਹ ਪੰਜਾਬ ਦੀ ਧਰਤੀ 'ਤੇ ਹੁੰਦੀ ਹੈ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇਹ ਗੱਲ ਬਿਲਕੁਲ ਸਹੀ ਹੈ, ਦਰੁਸਤ ਹੈ ਇਹ ਗੱਲ ਵੀ ਪੰਜਾਬ ਦੀ ਧਰਤੀ 'ਤੇ ਉਦੋਂ ਇਹਦਾ ਨਾਮ ਸੀ ਸਪਤ ਸਿੰਧੂ ਮਤਲਬ 7 ਨਦੀਆਂ ਵਗਦੀਆਂ ਸੀਗੀਆਂ। ਹੁਣ 5 ਹੈ, ਇਸ ਕਰਕੇ ਇਹਦਾ ਨਾਮ ਪੰਜਾਬ ਹੈ। ਪੰਜਾਬ ਦੇ ਨਾਮ ਬਾਰੇ ਵੀ ਚਰਚਾ ਕਰਾਂਗੇ। ਫਿਲਹਾਲ ਆਪਾਂ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਬਾਰੇ। ਇਹਦਾ ਮਤਲਬ ਇਹ ਹੈ ਵੀ ਇਹਦਾ ਮਤਲਬ ਉਦੋਂ ਪੰਜਾਬ ਜਿਹੜਾ ਇਲਾਕਾ ਹੈ ਉਹਦਾ ਨਾਮ ਪੰਜਾਬ ਨਹੀਂ ਹੋਊਗਾ, ਚਲੋ ਠੀਕ ਹੈ, ਅਤੇ ਪੰਜਾਬ ਦੇ ਵਿੱਚ ਵਰਤੀ ਜਾਣ ਵਾਲੀ ਲਿਪੀ ਉਹਦਾ ਨਾਮ ਵੀ ਤਾਂ ਗੁਰਮੁਖੀ ਨਹੀਂ ਹੋਊਗਾ, ਫਿਰ ਉਹਦਾ ਨਾਮ ਕੁਛ ਹੋਰ ਹੋਊਗਾ। ਵੀ ਗੱਲ ਤਾਂ ਇੰਨੀ ਹੈ ਵੀ ਹਿੰਦੀ ਵਾਲੇ ਵਿਦਵਾਨ ਜੇ ਐਵੇਂ ਕਹਿ ਰਹੇ ਹੈ ਵੀ ਗੁਰਮੁਖੀ ਲਿਪੀ ਦਾ ਜਨਮ ਹੀ ਜਿਹੜਾ ਮਤਲਬ ਹੋਇਆ ਗੁਰੂ ਨਾਨਕ ਦੇਵ ਜੀ ਤੋਂ ਜਾਂ ਗੁਰੂ ਅੰਗਦ ਦੇਵ ਜੀ ਤੋਂ, ਇਹ ਗੱਲ ਤਾਂ ਉਹਨਾਂ ਦੀ ਗਲਤ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਨੇ, ਇਹਨਾਂ ਨੇ, ਸਾਡੇ ਗੁਰੂਆਂ ਨੇ ਗੁਰਮੁਖੀ ਲਿਪੀ ਨੂੰ ਅਨੁਕੂਲ ਸਮਝਿਆ ਪੰਜਾਬੀ ਭਾਸ਼ਾ ਲਿਖਣ ਵਾਸਤੇ। ਪੰਜਾਬੀ ਭਾਸ਼ਾ ਪਹਿਲਾਂ ਕਿਸੇ ਨਾ ਕਿਸੇ ਲਿਪੀ ਦੇ ਵਿੱਚ ਲਿਖੀ ਜਾਂਦੀ ਰਹੀ ਹੈ, ਅਤੇ ਗੁਰਮੁਖੀ ਲਿਪੀ ਵੀ ਉਦੋਂ ਸੀਗੀ,
पर गुरमुखी लिपि का नाम कुछ होर सीगा। किहड़े किहड़े नाम रहे आ वेख लो। 10वीं 11वीं सदी दे विच पंजाब के खेतर विच, पंजाब एरिए दे विच जिहड़ी वरती जाती सी लिपि, उहदे नाम पटच्छरी, सिद्ध मातृका, शारदा, ये नाम प्रचलित सीगे। लो सब तो पहली गल करते हैं पंजाबी लिपि की, जिहड़ी पंजाबी भाषा की गुरमुखी लिपि बारे प्रोफैसर प्रीतम सिंह का की कहना। प्रोफैसर प्रीतम सिंह की गल आपां उपर हो चुकी सी, है ना। प्रोफैसर मोहन सिंह वाला जिहड़ा हवाला है वो प्रोफैसर प्रीतम सिंह ने दस्सिया। तो दूसरा जिहड़ा कवि कंकण ने कहा भी गुरु नानक देव जी ने मतलब कि गुरमुखी अखर बनाए है, वो भी मतलब कि भी साडे सामने वो गल लियाउण वाला भी प्रोफैसर प्रीतम सिंह है। गल क्लीयर हो गई। हुण प्रोफैसर प्रीतम सिंह दी गल्लां सुन लो। सब तो पहला आपां ये तो प्रोफैसर प्रीतम सिंह दी गल्लां चारक है, तो 3-4 हैगियां तरलोचन सिंह बेदी दियां, ते फिर सरदार जीबी सिंह की गल करांगे। इन्हां दा बहुत महत्वपूर्ण योगदान है गुरमुखी लिपि के निकास के इतिहास बारे दसना। इन्होंने दस्सिया भी इतिहास दे मतलब गुरमुखी लिपि का निकास किवें होया। सब तो पहला गल करते हैं प्रोफैसर प्रीतम सिंह। वो कहता भी गुरमुखी है जिहड़ी वो सिद्ध मातृका की वंश का नाम है। एक गल तुसीं ध्यान दे विच रखना, सिद्धां की जिहड़ी भाषा उहनूं सिद्ध मातृका लिपि सीगी जिहड़ी है ना, सिद्धां की लिपि जिहड़ी कह लो तुसीं, सिद्ध जोगियां ने जिहड़ी लिपि वरती उहदा नाम सी सिद्ध मातृका, है ना। सिद्ध मातृका की वंश है गुरमुखी लिपि। प्रोफैसर प्रीतम सिंह ने गल आखी है, कहता जिसनों पंजाब की नवीं आरियाई भाषा के प्रगटाव का माध्यम बनाया गया। हुण आरिया जिहड़ी भाषा सीगी, देखो जिहड़ी मतलब कि वेदां की रचना वो आरियाई भाषा दे विच है ना। हुण पंजाब दे विच वही भाषा है, वो कहता बस वो नवीं आरियाई है जिहड़ी बाद दे विच बोली जाती है, जिहड़ी गुरमुखी लिपि नूं लैके बोली जाती है। वो नवीं आरियाई भाषा नूं प्रगटाउण वास्ते जिहड़े गुरमुखी अखरां की वरतों की गई है, वो उन्हां दी वंश कित्थों चलदी है, सिद्ध मातृका चलदी है। कहंदा नाथा जोगियां वेले उत्तरी भारत की सांझी लिपि सी। कहंदा उत्तरी भारत दे विच तां बहुत कुछ आउंदा, तुहानूं पता ही है, राजस्थान, उत्तर प्रदेश, मध्य प्रदेश ते अपने पंजाब, ये है जिहड़े उहदे विचों खासकर नाथ जोगी है जिहड़े उन्हां दे टिकाणे राजस्थान ते पंजाब दे विच रहे आ। इस करके उन्होंने जी एक सांझी उत्तरी भारत दे विच लिपि वरती जाती सी, जिहड़ी उहदा नाम सी सिद्ध मातृका। इहदा मतलब पंजाब दे विच जिहड़ी नाथा जोगियां वेले लिपि वरती जाती सी, उहदा नाम सिद्ध मातृका सीगा, है कि नहीं। है वही है गुरमुखी लिपि आ, हो अगे जाके हौली हौली गुरमुखी लिपि च तब्दील हो गए उहदे अखर। ये गल कौन कह रहा है? प्रोफैसर प्रीतम सिंह, जिसनों प्रोफैसर प्रीतम सिंह ने सिद्ध मातृका नूं पंजाबी दी स्रोत लिपि आख्या। वैरी इंपोर्टेंट प्रश्न है तुहाडा भी प्रोफैसर प्रीतम सिंह किहड़ी लिपि नूं पंजाबी दी स्रोत लिपि कहंदा है? कि ओह अपने जिहड़ी देवाशेष नूं कहंदा है, जां ओह शारदा लिपि नूं कहंदा है, जां ओह सिद्ध मातृका लिपि नूं कहंदा है। सो पंजाबी दी स्रोत लिपि सह स्रोत सह सिद्ध, सो स्रोत लिपि जिहड़ी ओह पंजाबी दी स्रोत लिपि सिद्ध मातृका लिपि नूं किहा है। ये गल तुसीं याद रखनी है। ये हवाला किहने दिता है? प्रोफैसर प्रीतम सिंह ने। ठीक है जी। ये भी हो सकता है भी सिद्ध मातृका नाम ना आवे, स्रोत लिपि लिखिया आ जाए, ये भी ध्यान रखना है प्रोफैसर प्रीतम सिंह के अनुसार, है कि नहीं। जरूरी थोड़ा भी प्रोफैसर प्रीतम सिंह का नाम लिखे ही अगला, ये भी ध्यान रखना है तुसीं भी सिद्ध मातृका मान लो ऑप्शन च पाउणा होवे जां किवें भी ला लो, जां सिद्ध मातृका बारे कोई प्रश्न पुछना होवे तां स्रोत लिपि नाम लिख सकदा उसनूं। हाँ, तुहाडा मेन प्रश्न है जिहड़ा वो मैं तुहानूं दसता भी पंजाबी दी स्रोत लिपि किहड़ी लिपि नूं किहा है? सिद्ध मातृका नूं। बताई तां मतलब की है गुरमुखी सिद्ध मातृका दी वंश है, कहंदा गुरमुखी ये सिद्ध मातृका दी वंश है। इसे करके तां पंजाबी दी स्रोत, पंजाबी दा स्रोत किहड़ा सीगा? वो सीगा सिद्ध मातृका। अगली गल करते हैं जी विद्वान दी तरलोचन सिंह बेदी दी। वो कहंदा जी शारदा जां देवाशेष तो टाकरी अते गुरमुखी लिपि विकसित होईयां। शारदा जां देवाशेष तो बेदी ने की कीता? शारदा ते देवाशेष दोनों तो क्या भी टाकरी ते गुरमुखी लिपि विकसित होंदियां। उस तो बाद अगली गल की कीती उन्हें? बेदी ने देवाशेष नूं प्रथम गुरमुखी आख्या। ये तुसीं ध्यान दे विच रखना है। उपर जदों मैं गुरमुखी लिपि के निकास बारे गल कीती सी तां उदों मैं देवाशेष नूं प्रथम गुरमुखी लिखिया। देवाशेष का दूसरा नाम प्रथम गुरमुखी, प्रथम पहली गुरमुखी। अच्छा, देवाशेष नूं प्रथम गुरमुखी नाम दिता किने है? ये दिता है तरलोचन सिंह बेदी ने। याद रखनी है गल, वेरी इंपोर्टेंट क्वेश्चन। देवाशेष नूं प्रथम गुरमुखी कहता, उहदा समा उन्हें कहा भी यह 10वीं तो 16वीं सदी तक प्रथम गुरमुखी, फिर 16वीं तो निरंतर गुरमुखी लिपि उहदा नाम। प्रथम गुरमुखी का स्वरूप भी तरलोचन सिंह बेदी ने पेश किया। प्रथम गुरमुखी दी उन्हें बकायदा जिहड़े ओह
अपने वर्णमाला जिहड़ी वो भी पेश की है त्रिलोचन सिंह बेदी ने। कुल 35 अखर है, 4 स्वर है जिहदे विच जिवें ऊड़ा ऐड़ा ईड़ी तां सीगा ही ते ईड़ी सिहारी भी एक नाल उहने कीता है। जिवें आ तां है ही ऊड़ा ऐड़ा ईड़ी ते उस तो बाद ईड़ी सिहारी भी एक। हाँ आ 4 हो गए ना स्वर, 4 स्वर हो गए। 3 स्वर तो अपने हुण वर्तमान वाली च हैगे ही है, एक उन्हें आ भी लिखिया उन्हें प्रथम गुरमुखी का दसिया, प्रथम गुरमुखी 35 अखर। अच्छा फिर तो 36 बन गए जे 4 स्वर हो गए, पर वै ते बै वास्ते एक ही चिन्ह सीगा उदों। ये तुसीं ध्यान दे विच रखनी है खास गल। वै वाजे वाला ते बै बांदर वाला जिहड़ा है ते बै, ये दोनों वास्ते एक ही चिन्ह वरतिया जांदा सी। मतलब वै ते बै दे विच कोई फर्क नहीं सी। अज दियां भी बहुत भाषावां साडियां जिहड़ियां पंजाबी दियां उपभाषावां जिहदे विच वै ते बै दे विच ज़्यादा फर्क नहीं कर सकते है ना। साडे मालवे दे लोग है जिहड़े बाला नहीं करदे गे, वै नूं बै बना दिंदे आ, बै नूं वै बना दिंदे आ। सो इस करके कोई दिक्कत नहीं है, पहलां तो ही चली आ रही है। वै ते बै वास्ते केवल एक ही चिन्ह सी, इस करके वै ते बै ये दोनों एक ही अखर हो गए। फिर जे मान लो 35 + 1 वधिया तो 35 दे विचों 36 चों एक माइनस भी तो हो गया। वै ते बै दोनों का एक ही अखर वरत्या जाता सी, इस करके अखर 35 रह गए, अखर 35 रह गए। हाँ स्वर 4 हो गए जिहड़ी गल है, तो व्यंजन जिहड़े हो गए मतलब 31 है ना। वर्तमान च जिवें 32 है। ये तो गल करांगे अपने व्यंजना स्वरां बारे, कल कर ही चुके हैं, करा तो की कर ही चुके हैं आप धुनी बोध वाली क्लास दे विच। हाँ उस तो बाद नोट ला के मैं गल लिखी है त्रिलोचन सिंह बेदी ने की कीता। होर त्रिलोचन सिंह बेदी ने शारदा, त्रिलोचन सिंह बेदी ने शारदा, टाकरी ते गुरमुखी लिपि दे विच बहुत सारियां समानतावां गणाइयां है। ये त्रिलोचन सिंह बेदी ने की कीता है भी जिहड़ी पहला वरती जाती सी, आ देख लो शारदा कदों वरती जाती सी, आ देख लो शारदा। ਇਹਦਾ मतलब यह है भी पंजाबी लिपि का संबंध त्रिलोचन सिंह बेदी ने 8वीं सदी ਦੇ ਨਾਲ जोड़ता जाके उन्हें शारदा ते गुरमुखी लिपि का तुलनात्मक अध्ययन किया। आ देख लो तिन्हां दा गुरमुखी ते टाकरी दे 15 वर्ण बिल्कुल सांझे है। सांझे मतलब बिल्कुल मिलते होण जिहड़े उन्हां नूं कहा जांदा सांझे। सांझे मतलब हूबहू ਉਹਦੇ ਵਰਗੇ 15 ਤੇ ਗੁਰਮੁਖੀ ਤੇ शारदा ਦੇ 7 ਵਰਨ ਸਾਂਝੇ ਆਪਸ ਦੇ ਵਿੱਚ। सरदार जीबी सिंह ने की कीता, सरदार जीबी सिंह सॉरी हाँ आ जीबी सिंह की गल कर रहा मैं नहीं, त्रिलोचन सिंह बेदी नहीं। ये जड़ा हाँ तुलनात्मक अध्ययन सॉरी जे मैं गलती नाल त्रिलोचन सिंह बेदी नाम बोलता तो मैं दोबारा दुरुस्त कर ला भी ये तिन्ना लिपियां का तुलनात्मक अध्ययन सरदार जीबी सिंह ने किया। सरदार जीबी सिंह ने गुरमुखी शारदा ते टाकरी का तुलनात्मक अध्ययन करके ये दस्या भी गुरमुखी ते टाकरी दे 15 वर्ण आपस दे विच सांझे है ते गुरमुखी ते शारदा दे 7 वर्ण आपस दे विच सांझे है। ਇਹਦਾ मतलब ये है भी गुरमुखी लिपि का संबंध शारदा के नाल जुड़ता है, शारदा का संबंध गुरमुखी लिपि के नाल है। इस करके गुरमुखी लिपि 8वीं सदी ते जा पहुँचती है। ये काम ये खोज है जी सरदार जीबी सिंह ने की है। हुण जीबी सिंह की गल करते हैं। जीबी सिंह ने बड़ियां इंपोर्टेंट गल्लां दसियां। लो वो कहना भी ऐड़ा तो 10वीं 11वीं सदी दे विच बन गया सी, ऐड़ा अखर लिपि की गल कर रहे हैं। ngंगा जिहड़ा वो 8वीं सदी दे विच है, कक्का खक्खा गग्गा कग्गा ngंगा। उस तो बाद बब्बा जिहड़ा 9वीं 10वीं सदी दे विच अपने वर्तमान स्वरूप नूं प्राप्त कर चुकिया सी। अणाना जिहड़ा कहंदा वो पहला लेटवीं पोजीशन दे विच सी, लेटिया होया सी बेचारा। कहण दा मतलब इस तरह सी लेटिया होया, आ चक्को लेटता इनू मैं लिटाता एवें सीगा। कहंदा पहला लेटवीं पोजीशन दे विच सीगा अणाना। ये पहला मतलब जदों जीबी सिंह दोनों इन्हां दा तुलनात्मक अध्ययन कर रहा उदों की गल कर रहा भी अणाने अखर की पहला पोजीशन किहड़ी सीगी, लेटवीं सी। आ लिखिया हुण इहनूं घुमा के जदों तुसीं करोगे तो ऐ बन जूगा। देख लो हुण ये खड़वीं पोजीशन दे विच हो गया। उस तो बाद गुरमुखी ते टाकरी दा हाहा जिहड़ा देखो किवें लिखिया जांदा सी। टाकरी दे विच हाहा इस तरह लिखिया जांदा सीगा हाहा, ते गुरमुखी दे विच उहदा पासा पलटा दिता, बाद विच उस नूं इस तरह करता। अड़ाड़ा भी डै तो ही बनाया गया है ना। अड़ाड़ा जिहड़ी है बड़ी यूनीक धुनी है। अड़ा जिहड़ा वो डै तो बनाया, डै नूं गोडा ला के थल्ले बनाता, डै तो ही बनाता। देखो डाड़ा है थल्ले है ना। ये तुसीं ध्यान दे विच रखना भी डाड़ा जिहड़ा है गया लिपि अड़ाड़ा जिहड़ी धुनी है अखर है जिहड़ा ये डड्डे तो बनया है ना, डै डड्डू वाले तो। हाँ उस तो बाद होर गल की कीती है सरदार जीबी सिंह ने, बड़ियां काम दीयां गल्लां आखियां तुसीं सारियां याद रखणियां। हाँ सस्से ते हाए नूं पिछों चुक के 3 स्वर वाहकां दे पिछे रखिया गया।
ਇਹ ਸਾਡੇ ਕੀ ਕੀਤਾ, ਇਹ ਸਾਡੇ ਸਿੱਖ ਗੁਰੂਆਂ ਨੇ ਕੀਤਾ ਵੀ ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਗੁਰਮੁਖੀ ਲਿਪੀ ਨੂੰ ਸਜਾਇਆ ਸੰਵਾਰਿਆ ਕਿਵੇਂ, ਮਤਲਬ ਵੀ ਗੁਰਮੁਖੀ ਲਿਪੀ ਦੇ ਜਿਹੜੇ ਅੱਖਰ ਸੀਗੇ ਉਹਨਾਂ ਦਾ ਮਤਲਬ ਕੀ ਹੈ, ਸਰੂਪ ਤੈਅ ਕੀਤਾ, ਉਹਨਾਂ ਦੀ ਜਗ੍ਹਾ ਸਥਾਨ ਤੈਅ ਕੀਤੀ। ਪਹਿਲਾਂ ਕੀ ਊੜਾ ਐੜਾ ਈੜੀ ਇਹ ਤਾਂ ਸੀਗੇ ਸ਼ੁਰੂ ਦੇ ਵਿੱਚ ਸਵਰ, ਪਰ ਸੱਸਾ ਤੇ ਹਾ ਸੀਗੇ ਜਿਹੜੇ ਉਹ ਪਹਿਲੀ ਲਾਈਨ ਦੇ ਵਿੱਚ ਨਹੀਂ ਸੀਗੇ, ਪਹਿਲੀ ਪੰਕਤੀ ਦੇ ਵਿੱਚ ਨਹੀਂ ਸੀਗੇ, ਮੁੱਖ ਪੰਕਤੀ ਦੇ ਵਿੱਚ ਨਹੀਂ ਸੀਗੇ। ਇਹਨਾਂ ਨੂੰ ਪਿੱਛੋਂ ਚੁੱਕ ਕੇ ਸੱਸੇ ਤੇ ਆਹੇ ਨੂੰ ਬਾਅਦ ਵਿੱਚ 3 ਸਵਰ ਵਾਹਕਾਂ ਦੇ ਪਿੱਛੇ ਰੱਖਿਆ ਗਿਆ। ਪਹਿਲੀ ਲਾਈਨ ਜਦੋਂ ਆਪਾਂ ਪੜ੍ਹਦੇ ਹਾਂ ਊੜਾ ਐੜਾ ਈੜੀ ਸੱਸਾ ਹਾ ਬਾਅਦ ਦੇ ਵਿੱਚ ਲਿਆਂਦੇ ਗਏ। ਗੁਰਮੁਖੀ ਸ਼ਾਰਦਾ ਤੇ ਟਾਕਰੀ ਵਿੱਚ ਉਹ ਜਿਹੜਾ ਉਹ ਊੜੇ ਤੋਂ ਸ਼ੁਰੂ ਹੁੰਦੇ ਆ ਤਿੰਨੇ। ਗੁਰਮੁਖੀ ਲਿਪੀ ਦੇ ਵੀ ਊੜੇ ਤੋਂ ਆ, ਸ਼ਾਰਦਾ ਲਿਪੀ ਦੀ ਵਰਣਮਾਲਾ ਵੀ ਊੜੇ ਤੋਂ ਸ਼ੁਰੂ ਹੁੰਦੀ ਹੈ, ਟਾਕਰੀ ਦੀ ਵਰਣਮਾਲਾ ਵੀ ਊੜੇ ਤੋਂ ਸ਼ੁਰੂ ਹੁੰਦੀ ਹੈ। ਓਮ ਵਿੱਚ ਆਉਣ ਕਰਕੇ, ਓਮ ਹੈ ਜਿਹੜਾ ਇਹਦਾ ਤੁਹਾਨੂੰ ਪਤਾ ਹੀ ਹੈ ਬਹੁਤ ਮਹੱਤਵ ਹੈ ਇਸ ਸ਼ਬਦ ਦਾ, ਅਧਿਆਤਮਿਕ ਸ਼ਬਦ ਹੈ ਇਹ, ਇਸ ਕਰਕੇ ਓਮ ਸ਼ਬਦ ਦੇ ਵਿੱਚ ਉਹ ਅੱਖਰ ਆਉਣ ਕਰਕੇ ਵਰਣਮਾਲਾ ਵਿੱਚ ਸਭ ਤੋਂ ਪਹਿਲਾਂ ਰੱਖਿਆ ਗਿਆ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਗੱਲ, ਇਹ ਤਿੰਨਾਂ ਲਿਪੀਆਂ ਦੇ ਵਿੱਚ ਹੀ ਆਉਂਦਾ ਸਭ ਤੋਂ ਪਹਿਲਾਂ। ਇਹ ਕਾਮਨ ਚੀਜ਼ ਹੈ, ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਵੀ ਗੁਰਮੁਖੀ ਲਿਪੀ ਦਾ ਸੰਬੰਧ ਟਾਕਰੀ ਨਾਲ ਤੇ ਸ਼ਾਰਦਾ ਦੇ ਨਾਲ ਹੈ। ਬਹੁਤ ਪੁਰਾਣੀ ਹੈ ਇਹ ਲਿਪੀ, ਗੁਰਮੁਖੀ ਬਾਅਦ ਦੇ ਵਿੱਚ ਨਾਮ ਪਿਆ ਇਹਦਾ। ਹੁਣ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਦੇ ਵਿਕਾਸ ਦੀ। ਗੁਰਮੁਖੀ ਲਿਪੀ ਦਾ ਵਿਕਾਸ ਬਾਈ 2 ਹੀ ਅਵਸਥਾਵਾਂ ਦੇ ਵਿੱਚ ਆਪਾਂ ਕਰਨਾ ਹੈ। ਆਹ ਦੇਖ ਲਓ, ਲਓ ਗੁਰਮੁਖੀ ਲਿਪੀ ਦਾ ਵਿਕਾਸ ਜਦੋਂ ਉੱਪਰ ਜਿਹੜੀਆਂ ਗੱਲਾਂ ਕੀਤੀਆਂ ਨਾ ਮੈਂ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਆਉਂਦੀਆਂ ਉਹ ਉੱਪਰ ਵਾਲੀਆਂ ਗੱਲਾਂ ਜਿਹੜੀਆਂ ਸਾਰੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ। ਹਾਂ, ਇਹ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਨਾਲ ਕਲੀਅਰ ਹੋ ਗਈਆਂ। ਹੁਣ ਦੇਖੋ ਕੁਝ ਵਿਸ਼ੇਸ਼ਤਾਵਾਂ ਤੁਹਾਨੂੰ ਇੱਥੇ ਵੀ ਪਤਾ ਲੱਗ ਜਾਣਗੀਆਂ। ਪਹਿਲੇ ਪੜਾਅ ਦੇ ਵਿੱਚ 16ਵੀਂ ਤੋਂ 19ਵੀਂ ਸਦੀ ਦੀ ਗੱਲ ਕਰਦੇ ਹਾਂ। 16ਵੀਂ ਸਦੀ ਤੱਕ ਗੁਰਮੁਖੀ ਦਾ ਪ੍ਰਥਮ ਸਰੂਪ, ਉਹਦੀਆਂ ਨਿਸ਼ਚਿਤ ਵਿਸ਼ੇਸ਼ਤਾਵਾਂ, ਇਹ ਸਾਰੀਆਂ ਚੀਜ਼ਾਂ ਦਿਖਾਈ ਦੇਣ ਲੱਗ ਜਾਂਦੀਆਂ। ਸਿੱਖ ਗੁਰੂ ਸਾਹਿਬਾਨ ਇਸ ਨੂੰ ਸਥਾਨਿਕ ਲੋਕਲ ਲਿਪੀ ਵਜੋਂ ਅਪਣਾ ਲੈਂਦੇ ਆ। 19ਵੀਂ ਸਦੀ ਤੱਕ ਇਹਦਾ ਪ੍ਰਮਾਣਿਕ ਸਰੂਪ ਨਿਸ਼ਚਿਤ ਹੋ ਜਾਂਦਾ ਹੈ। ਇਸ ਕਰਕੇ ਇਹਦਾ ਪਹਿਲਾ ਵਿਕਾਸ ਪੜਾਅ 16ਵੀਂ ਤੋਂ 19ਵੀਂ ਸਦੀ ਤੱਕ ਰੱਖਿਆ ਗਿਆ। 19ਵੀਂ ਸਦੀ ਤੱਕ ਇਹਦਾ ਪ੍ਰਮਾਣਿਕ ਰੂਪ ਜਦੋਂ ਨਿਸ਼ਚਿਤ ਹੋ ਗਿਆ, ਇਹ ਵਿਕਾਸ ਹੁੰਦਾ ਹੈ। ਦੇਖੋ GB ਸਿੰਘ ਨੇ ਦੱਸੀਆਂ ਗੱਲਾਂ। ਸਰਦਾਰ GB ਸਿੰਘ ਕਹਿੰਦਾ ਵੀ ਐ ਦੀ ਸ਼ਾਰਦਾ ਵਾਲੀ ਉੱਪਰਲੀ ਰੇਖਾ ਤੇ ਪੈਰ ਵਿੱਚ ਪੱਚਰ ਖਤਮ ਹੋ ਜਾਂਦੀ ਹੈ। ਮਤਲਬ ਕੀ ਹੈ ਵੀ ਇਹ ਜਿਹੜਾ ਚਿੰਨ੍ਹ ਹੈ ਇਹ ਸ਼ਾਰਦਾ ਲਿਪੀ ਦੇ ਵਿੱਚ ਸੀਗਾ, ਊੜਾ ਐੜਾ। ਇਹਦੀ ਕੀ ਆ ਵੀ ਉੱਪਰ ਪੂਰੀ ਰੇਖਾ ਸੀਗੀ ਇੱਕ ਤਾਂ, ਇੱਕ ਥੱਲੇ ਦੇ ਪੱਚਰ ਸੀਗੀ। ਇਸ ਤਰ੍ਹਾਂ ਇਹਨੂੰ ਵੀ ਖਤਮ ਕਰਤਾ, ਪੂਰੀ ਰੇਖਾ ਖਤਮ ਕਰਤੀ, ਹੁਣ ਇਸ ਤਰ੍ਹਾਂ ਆ ਗਿਆ ਐ। ਊੜਾ ਤੇ ਈੜੀ ਦੀ ਸੁਤੰਤਰ ਧੁਨੀ ਖਤਮ ਹੋ ਜਾਂਦੀ ਹੈ। ਸ਼ਾਰਦਾ ਵਿੱਚ ਈੜੀ ਸਿਹਾਰੀ ਵਾਲਾ ਅੱਖਰ ਹੈ ਜਿਹੜਾ ਉਹ ਖਤਮ ਹੋ ਜਾਂਦਾ। ਤੁਹਾਨੂੰ ਪਤਾ ਹੀ ਹੈ, ਮੈਂ ਤੁਹਾਨੂੰ ਦੱਸਿਆ ਹੀ ਸੀਗਾ ਵੀ ਸ਼ਾਰਦਾ ਦੇ ਵਿੱਚ ਈੜੀ ਸਿਹਾਰੀ ਵਾਲਾ ਇੱਕ ਚੌਥਾ ਸਵਰ ਦੇ ਰੱਖਿਆ ਸੀਗਾ, ਉਹ ਖਤਮ ਕਰਤਾ ਸ਼ਾਰਦਾ ਵਾਲਾ। ਤੇ ਊੜਾ ਤੇ ਈੜੀ ਹੈ ਜਿਹੜੇ ਇਹਨਾਂ ਦੀ ਸੁਤੰਤਰ ਧੁਨੀ ਹੈ ਖਤਮ ਹੋ ਜਾਂਦੀ ਹੈ। ਹੁਣ ਤੁਹਾਨੂੰ ਪਤਾ ਹੀ ਹੈ ਐੜਾ ਤਾਂ ਸੁਤੰਤਰ ਹੋ ਜਾਂਦਾ, ਐੜੇ ਨੂੰ ਮੁਕਤੇ ਦੀ ਮਾਤਰਾ ਲੱਗਦੀ ਹੈ ਨਾ, ਐੜਾ ਮੁਕਤਾ ਰੂਪ ਵਿੱਚ ਆ ਜਾਂਦਾ ਕਹਿਣ ਦਾ ਮਤਲਬ। ਤੇ ਊੜਾ ਤੇ ਈੜੀ ਇਹ ਦੋਨੋਂ ਕਦੇ ਵੀ ਮੁਕਤਾ ਰੂਪ 'ਚ ਨਹੀਂ ਆਉਂਦੇ, ਇਸ ਕਰਕੇ ਇਹਨਾਂ ਦੀ ਸੁਤੰਤਰ ਧੁਨੀ ਖਤਮ ਹੋ ਜਾਂਦੀ ਹੈ। ਵਰਤਮਾਨ ਦੇ ਵਿੱਚ ਤੁਸੀਂ ਦੇਖ ਲਿਆ ਊੜਾ ਤੇ ਈੜੀ ਆ, ਇਹਨਾਂ ਨੂੰ ਕੋਈ ਨਾ ਕੋਈ ਮਾਤਰਾ ਜ਼ਰੂਰ ਲੱਗੀ ਹੋਊਗੀ। ਉਸ ਤੋਂ ਬਾਅਦ ਵਾਵਾ ਤੇ ਬੱਬੇ ਵਾਸਤੇ ਸਾਂਝਾ ਚਿੰਨ੍ਹ ਸੀ, ਤੁਹਾਨੂੰ ਪਤਾ ਹੀ ਹੈ 16ਵੀਂ ਸਦੀ ਦੇ ਵਿੱਚ ਬੈ ਦੀ ਵਰਤੋਂ ਸ਼ੁਰੂ ਹੋਈ ਹੈ। ਅਗਰ ਪ੍ਰਸ਼ਨ ਬਣ ਜੇ ਵੀ ਵਾਹ ਤੇ ਬੈ ਲਈ ਸਾਂਝਾ ਚਿੰਨ੍ਹ ਸੀਗਾ ਇੱਕ, ਪਰ 16ਵੀਂ ਸਦੀ ਦੇ ਵਿੱਚ ਵੈ ਦੀ ਵਰਤੋਂ ਕੀ ਸ਼ੁਰੂ ਹੋਈ ਹੈ। ਅਗਰ ਪ੍ਰਸ਼ਨ ਹੀ ਘੁਮਾ ਕੇ ਪੁੱਛਣਾ ਤਾਂ ਬੈ ਦੀ ਥਾਂ ਤੇ ਵੈ ਲਿਖ ਸਕਦਾ। ਤੁਸੀਂ ਧਿਆਨ ਰੱਖਣਾ ਵੀ ਬਾਂਦਰ ਸਭ ਤੋਂ ਪਹਿਲਾਂ ਆਏ ਆ, ਇਸ ਕਰਕੇ ਬਾਂਦਰ ਹੈ ਜਿਹੜੀ ਬੈ ਦੀ ਵਰਤੋਂ ਸਭ ਤੋਂ ਪਹਿਲਾਂ ਸ਼ੁਰੂ ਹੋਈ ਹੈ। ਮਤਲਬ ਕੀ ਹੈ, ਬੈ ਦੀ ਵਰਤੋਂ ਜਿਹੜੀ ਸ਼ੁਰੂ ਹੋਈ ਹੈ 16ਵੀਂ ਸਦੀ ਦੇ ਵਿੱਚ। ਵੈ ਤਾਂ ਪਹਿਲਾਂ ਤੋਂ ਹੀ ਪ੍ਰਚਲਨ ਦੇ ਵਿੱਚ ਸੀਗਾ, ਬੈ ਦੀ 16ਵੀਂ ਸਦੀ ਦੇ ਵਿੱਚ। ਹੁਣ ਸ਼ਾਰਦਾ ਦੇ ਵਿੱਚ ਡੈ ਅੱਖਰ ਨਹੀਂ ਸੀਗਾ ਤੇ ਗੁਰਮੁਖੀ ਲਿਪੀ ਵਿੱਚ ਡੈ ਸੀ ਜਿਹੜਾ, ਡੈ ਡੱਡੂ ਵਾਲਾ, ਉਹਨੂੰ ਇੱਕ ਥੱਲੇ ਹੋਰ ਲੱਤ ਲਾ ਕੇ ਤੇ ਡੈ ਬਣਾਤਾ। ਆ ਦੇਖ ਲਓ, ਡੈ ਤੋਂ ਡੈ ਬਣਾਤਾ। ਹੁਣ ਤੁਸੀਂ ਧਿਆਨ ਦੇ ਵਿੱਚ ਰੱਖਣਾ ਡੈ ਦੀ ਵਰਤੋਂ ਪੰਜਾਬੀ ਸਾਹਿਤ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ। ਇਹ ਮੇਰਾ ਪ੍ਰਸ਼ਨ ਬੜੇ ਸ਼ਾਨਦਾਰ ਤਰੀਕੇ ਨਾਲ ਗਲਤ ਹੋ ਗਿਆ ਸੀ। ਕਾਰਨ ਇਹਦੇ ਪਿੱਛੇ ਬਹੁਤ ਵੱਡਾ ਕਾਰਨ, ਮੈਂ ਥੋੜ੍ਹਾ ਜਿਹਾ ਦਿਮਾਗ ਨਹੀਂ ਲਾਇਆ ਕਿਉਂਕਿ ਗੁਰਮੁਖੀ ਲਿਪੀ ਦੀ ਗੱਲ ਕੀਤੀ ਸੀਗੀ। ਗੁਰਮੁਖੀ ਲਿਪੀ ਮੈਂ ਸੋਚਿਆ ਇਹ ਤਾਂ ਬਾਬੇ ਸ਼ੇਖ ਫਰੀਦ ਨੇ ਵੀ ਵਰਤਿਆ, ਆਪਸ਼ਨ ਦੇ ਵਿੱਚ ਬਾਬਾ ਸ਼ੇਖ ਫਰੀਦ ਵੀ ਸੀਗਾ, ਹੈ ਨਾ, ਅੜੇ ਅੱਖਰ। ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਬਾਬਾ ਸ਼ੇਖ ਫਰੀਦ ਤਾਂ ਗੁਰਮੁਖੀ ਲਿਪੀ 'ਚ ਲਿਖ ਹੀ ਨਹੀਂ ਰਿਹਾ। ਬਾਬੇ ਸ਼ੇਖ ਫਰੀਦ ਤਾਂ ਲਿਪੀ ਫਾਰਸੀ ਹੈ ਨਾ, ਕਾਮਨ ਜੀ ਗੱਲ ਸੀਗੀ। ਧਿਆਨ ਰੱਖਿਓ ਤੁਸੀਂ, ਇਸ ਤਰ੍ਹਾਂ ਦੀ ਮਿਸਟੇਕ, ਐਸੀ ਗਲਤੀ ਕਰਨੇ ਸੇ ਬਚੇ, ਜਨਹਿਤ ਮੇਂ ਜਾਰੀ। ਹਾਂਜੀ, ਅੜੈ ਦੀ ਵਰਤੋਂ ਗੁਰਮੁਖੀ ਲਿਪੀ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਸ਼ਾਰਦਾ ਵਿੱਚ ਸਹਿ ਹੈ ਜਿਹੜਾ, ਇਹ ਸਿਰ ਤੋਂ ਨੰਗਾ ਸੀਗਾ ਵਿਚਾਰਾ। ਸਹਿ ਹੈ ਜਿਹੜਾ ਉਹ ਮੈਂ ਵਰਗਾ ਸੀਗਾ, ਇਸ ਤਰ੍ਹਾਂ ਸੀਗਾ,
शारदा दे विच आ सीगा ते गुरमुखी दे विच इहदे विच सिर रेखा खिंचती है, सै बनाता इहनूं। शारदा ते प्रथम गुरमुखी विच तीरे संयुक्त अखर लिखण दी प्रथा सीगी, देख लो। शारदा ते प्रथम गुरमुखी दे विच तीरे तीरे संयुक्त अखर, दुੱਤ अखर। पंजाबी दे विच वर्तमान दे विच 3 ਦੁੱਤ अखर है, हाहा रारा ते वावा, है ना। तो 16वीं सदी दे विच देख लो, इहदे समय विच हाहा रारा ते वावा तां सीगा ही, यईया भी संयुक्त अखर वरतिया जांदा सीगा। गुरु ग्रंथ साहिब जी दे विच वरतिया होया यईया संयुक्त अखर 4 वरते जांदे सीगे। गुरमुखी लिपि विकास के पहले पड़ाव के विच 4 जिहड़े सीगे संयुक्त अखर वरते जांदे सी। यईया उस तो बाद हौली हौली प्रचलन खत्म हो गया यईये नूं लिखण दा। यईये की जगह तुहानूं पता ही आ ईडी ने लै ली सीगी फिर हौली हौली, इस करके आ हाहा रारा ते वावा ये 3 आ जिहड़े ये साडे इन्हां नूं दुੱਤ अखर, संयुक्त अखर, जुड़वें अखर भी आपां कह दिंदे इन्हां नूं, है ना। तिन्हां नूं ये पैरां दे विच आउंदे आ मूल अखरां दे। हाँ, उस तो बाद अगली गल देखो, ये सारियां गल्लां किहने लिखियां? सरदार जीबी सिंह की खोज ते आधारित है, ध्यान रखना तुसीं। शारदा विच नासकी लई केवल बिंदी सीगी बई, पर 16वीं 17वीं दे विच टिप्पी भी अपने मतलब रूप दे विच आ गई सी। हुण आ गया दूजा पड़ा 19वीं ते 20वीं सदी दे विच। तुहानूं पता ही है नवीन वर्ग जोड़ के 41 अखर बना लए सी, पहलां 35 सी। काहन सिंह नाभा कहंदा, काहन सिंह नाभा ने महान कोश लिखिया, तुहानूं पता ही है ना। काहन सिंह नाभा गुरमुखी टाइप वो कहंदा भी सब तो पहला लुधियाने के पादरियां ने 1845 दे विच तैयार किया। गुरमुखी टाइप मतलब की है भी गुरमुखी दे विच प्रिंट किसी किताब का, किसी मान लो किसी अखबार का, मैगजीन का। तो पहली पुस्तक को कहंदा किहड़ी सीगी? एडियोमैटिक सेंटेंसेस इन पंजाबी। पंजाबी दे विच वो कोई जो भी है, हुण इन्नी इंग्लिश तो मैनूं आउंदी नहीं, इहदी हुण बनाउणी नहीं आउंदी मैनूं पंजाबी की है जो भी है। वो कहंदा काहन सिंह नाभा ने कहंदा भी आ पुस्तक है जिहड़ी सब तो पहला ये प्रिंट की गई सी गुरमुखी लिपि दे विच। पर ध्यान रखना तुसीं गल, काहन सिंह नाभे की गल तां विचारे ने इन्हें तां एवें ही लिखती, पता नहीं कित्थों चक के। असली गल है जिहड़ी डॉक्टर हरनाम सिंह शान दी है, ये गल तुसीं चेते रखनी। काहन सिंह नाभा की गल भी चेते रखनी है, चाहे उन्होंने गल पूरी दुरुस्त नहीं है पर कोई दिक्कत नहीं। हरनाम सिंह शान दी गल्लां सुनो। वो कहंदा जी गुरमुखी टाइप नूं सब तो पहली बार बंगाल का एक लोहार सी पंचानन ते मनोहर, उन्होंने गुरमुखी लिपि का टाइप जिहड़ा टाइपिस्ट हुंदे आ टाइप तैयार किया सब तो पहला। अखर टाइप होने सब तो पहला किन्हां ने? बंगाल के लोहार सीगे पंचानन ते मनोहर। हिंदुस्तान दे विच गुरमुखी लिपि का गुरमुखी टाइप का जिहड़ा मतलब कि आविष्कार होया वो सीरमपुर बंगाल दे विच होया। तुसीं मान लो कि जे तुहाडे तुसीं हिस्टरी पढ़दे हो, सीरमपुर तरई बारे पढ़ोगे, है ना। तुसीं जदों तुसीं अंदोलन शुरू करोगे तो उदों सीरमपुर तरई, है ना, आप पढ़ते हैं। एक सिरामपुर तरई, कई सीरमपुर तरई लिखा हुंदा। हाँ, उदों पढ़ते हैं आपां ओह ही है सीरमपुर बंगाल। गुरमुखी टाइप नूं सब तो पहली बार डॉक्टर कैरी ने वरतिया सी, डॉक्टर विलियम कैरी सी नाम इहदा। ते सब तो पहली छपी पुस्तक सी नवीं शाख पंजाबी न्यू टैसटामेंट। वो जिवें हैगी है ना अपने यूरोपीयन जिहड़े हैगे यीशू मसीह नूं मनदे जिहड़े अंग्रेज लोग, उन्हां दी न्यू टैसटामेंट ते ओल्ड टैसटामेंट 2 पुस्तकां, है ना। सो सब तो पहली पुस्तक है जिहड़ी ओह हरनाम सिंह शान कहंदा भी नवीं शाख पंजाबी दे विच छपी, जिहदा अंग्रेजी च नाम पंजाबी न्यू टैसटामेंट। गुरमुखी टाइप सब तो पहला डॉक्टर कैरी ने वरतिया। हुण इत्थे देख लो काहन सिंह नाभा कहंदा भी लुधियाने दे विच तैयार होया गुरमुखी टाइप, पर हरनाम सिंह शान की गल बिल्कुल दुरुस्त है। वो कहंदा भी बंगाल दे विच तैयार होया सीरमपुर बंगाल दे विच। सीरमपुर दे 3 पादरी सी, उन्हां नूं तरई सीरमपुर तरई कहंदे सी, है ना। तुसीं सुनिया इतिहास दे विच पढ़िया ही होना, मैनूं काफ़ी टाइम हो गया इहनूं पढ़े नूं। लओ जी, गुरमुखी लिपि दे निकास, विकास, जन्म, विशेषतावां बारे जिहड़ियां गल्लां सी वो सारियां क्लीयर करतियां मैं। तुहाडा प्रश्न बनूगा तो इहदे विचों ही बनूगा। कंसैप्ट तुसीं क्लीयर रखने हैं, ठीक है। ज़्यादा ये नहीं, ज़्यादा नहीं सोचना, जस्ट कीप इट सिंपल। तो बस जो जिमें है उसनूं उवें ही तैयार करना है। वीडियो तुहानूं पता ही, तुसीं जिन्नी वारी मर्जी देखी जाए। हाँ, यह जिहड़ा ये फस्ट ग्रेड वास्ते भी है तो सैकेंड ग्रेड वास्ते भी है। अगली क्लास लेके जल्दी मिलते हैं जी। सत श्री अकाल, रब राखा।